ਜਥੇਬੰਦੀਆਂ ਨੇ ਸੋਚਿਆ ਕਿ ਜਿਹੜੀ ਵੋਟ ਦੀ ਚੋਟ ਆ ਉਹਦੇ ਤੇ ਸਰਕਾਰ ਜਾਂ ਬੀਜੇਪੀ ਤੇ ਅਸਰ ਜ਼ਿਆਦਾ ਹੋਊਗਾ। ਆਮ ਲੋਕਾਂ ਦਾ ਕਿਸੇ ਵੀ ਰਾਜਨੀਤੀ ਦੇ ਖਿਲਾਫ ਇਕੱਠੇ ਹੋਣਾ ਇੱਕ ਚੰਗਾ ਸ਼ਗਨ। ਭਾਰਤ ਪੱਧਰ ਤੇ ਇਹਦੀ ਬਦਨਾਮੀ ਹੋਈ ਆ, ਉਸ ਤੋਂ ਬਾਅਦ ਦੁਨੀਆ ਪੱਧਰ ਤੇ ਵੀ ਬੀਜੇਪੀ ਸਰਕਾਰ ਦੀ ਜਾਂ ਭਾਰਤ ਸਰਕਾਰ ਦੀ ਇਹ ਕਿਸਾਨੀ ਅੰਦੋਲਨ ਨੇ ਕਿਰਕਰੀ ਕਰਵਾਈ ਆ। ਪਾੜੇ ਰਾਜਨੀਤੀ ਦੇ ਆ, ਪਾੜੇ ਕਿਸਾਨਾਂ ਦੇ ਨਹੀਂ ਹੈਗੇ, ਪਾੜੇ ਲੋਕਾਂ ਦੇ ਨਹੀਂ ਹੈਗੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਜਿਹੜੇ ਮੁੱਦੇ ਵਿਚਾਰਨੇ ਨੇ, ਬੰਗਾਲ ਦੇ ਵਿੱਚ ਕਿਸਾਨਾਂ ਨੇ ਕੀਤੀ ਵੱਡੀ ਹਲਚਲ। 26 ਮਾਰਚ ਦੀ ਤਿਆਰੀ ਕਿਵੇਂ ਚੱਲ ਰਹੀ ਹੈ? ਪੰਜਾਬ ਦੇ ਆਉਂਦੇ ਖਰੀਦ ਸੀਜ਼ਨ ਲਈ ਪੰਜਾਬ ਸਰਕਾਰ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਹੈ? ਤੇ ਅਕਾਲੀ ਵਿਧਾਇਕਾਂ ਖਿਲਾਫ ਹਰਿਆਣਾ 'ਚ ਕਿਉਂ FIR ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ? ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ। ਤੇ ਅੱਜ ਸਾਡੇ ਨਾਲ ਸਟੂਡੀਓ 'ਚ ਦੋ ਮਾਹਿਰ ਮਹਿਮਾਨ ਮੌਜੂਦ ਨੇ, ਅੰਮ੍ਰਿਤਪਾਲ ਸ਼ਰਮਾ ਜੀ ਤੇ ਗੁਰਨਾਮ ਸਿੰਘ ਬਿਲਗਾ ਜੀ। ਆਪ ਸਭ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਿਲਗਾ ਜੀ ਤੁਹਾਡੇ ਵੱਲ ਆਉਂਦੇ ਆ ਤੇ ਗੱਲ ਕਰਦੇ ਆ ਬੰਗਾਲ ਵਿੱਚ ਕਿਸਾਨਾਂ ਦੀ ਵੱਡੀ ਹਲਚਲ। ਪਰਮਿੰਦਰ ਜੀ, ਇਹ ਜਿਹੜੀ ਹਲਚਲ ਬੰਗਾਲ ਦੇ ਵਿੱਚ ਜਾ ਕੇ ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਸ਼ੁਰੂਆਤ ਕੀਤੀ ਆ ਜੀ। ਆਪਾਂ ਇਹ ਥੋੜ੍ਹਾ ਜਿਹਾ ਪਿੱਛੇ ਦੇਖੀਏ ਤਾਂ ਕਿਸਾਨ ਜਥੇਬੰਦੀਆਂ ਪਿਛਲੇ 6-7 ਮਹੀਨੇ ਤੋਂ ਇੱਕੋ ਗੱਲ ਕਹਿ ਰਹੀਆਂ ਸੀ ਵੀ ਅਸੀਂ ਪੋਲੀਟੀਕਲ ਜਿਹੜਾ ਸਿਸਟਮ ਹੈ ਉਹ ਤੋਂ ਬਹੁਤ ਦੂਰ ਆ, ਸਾਡਾ ਸੰਘਰਸ਼ ਜਿਹੜਾ ਆ ਉਹ ਕਿਸਾਨੀ ਨੂੰ ਸਮਰਪਿਤ ਆ। ਪਰ ਜਿਵੇਂ ਜਿਵੇਂ ਸਰਕਾਰ ਨਾਲ ਗੱਲਬਾਤ ਚੱਲਦੀ ਰਹੀ, 26 ਜਨਵਰੀ ਦੀ ਘਟਨਾ ਹੋ ਗਈ, ਹੁਣ ਇਸ ਗੱਲ ਨੂੰ ਵੀ ਤਕਰੀਬਨ 2 ਮਹੀਨੇ ਦਾ ਸਮਾਂ ਹੋ ਚੁੱਕਿਆ। ਜਥੇਬੰਦੀਆਂ ਨੇ ਸੋਚਿਆ ਕਿ ਜਿਹੜੀ ਵੋਟ ਦੀ ਚੋਟ ਆ ਉਹਦੇ ਤੇ ਸਰਕਾਰ ਜਾਂ ਬੀਜੇਪੀ ਦੇ ਅਸਰ ਜ਼ਿਆਦਾ ਹੋਊਗਾ। ਇਸੇ ਲਈ ਫਿਰ ਸੰਯੁਕਤ ਮੋਰਚੇ ਨੇ ਇੱਕ ਮੀਟਿੰਗ ਕਰਕੇ ਇਹ ਫੈਸਲਾ ਕਰ ਲਿਆ ਵੀ ਅਸੀਂ ਪੱਛਮੀ ਬੰਗਾਲ ਤੇ ਨਾਲ ਜਿਹੜੀਆਂ 4 ਸਟੇਟਾਂ ਦੇ ਵਿੱਚ ਹੋਰ ਇਲੈਕਸ਼ਨਾਂ ਹੋ ਰਹੀਆਂ, ਉੱਥੇ ਸਮੇਂ-ਸਮੇਂ ਤੇ ਜਾ ਕੇ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਕਿਸੇ ਹਾਲਤ ਵਿੱਚ ਵੀ ਬੀਜੇਪੀ ਨੂੰ ਵੋਟ ਨਾ ਦਿੱਤਾ ਜਾਵੇ। ਜੇ ਬੀਜੇਪੀ ਦੀ ਵੋਟ ਕੱਟੂਗੀ ਤਾਂ ਉਹ ਕਿਸੇ ਪਾਰਟੀ ਨੂੰ ਵੀ ਜਾਂਦੀ ਆ, ਤੇ ਉਹ ਇਸ ਕਰਕੇ ਉਹਨਾਂ ਨੇ ਹਰ ਇੱਕ ਪਾਰਟੀ ਦੇ ਹੱਕ ਵਿੱਚ ਕਿਸੇ ਦੇ ਨਹੀਂ ਫੈਸਲਾ ਕੀਤਾ ਜਾਣ ਦਾ, ਕਿਸੇ ਹੋਰ ਨੂੰ ਵੋਟ ਪਾਈ ਜਾਵੇ ਪਰ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ। ਕਿਉਂਕਿ ਬੀਜੇਪੀ ਨੇ ਕਿਸਾਨਾਂ ਦਾ ਪਿਛਲੇ 3 ਮਹੀਨੇ ਤੋਂ ਉੱਪਰ ਦਾ ਸਮਾਂ ਇਸ ਵੇਲੇ ਚੱਲ ਰਿਹਾ, ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਗੱਲਬਾਤ ਟੁੱਟੀ ਹੋਈ ਆ। ਕਿਸਾਨਾਂ ਦੀ ਇਸ ਵੇਲੇ ਕੋਈ ਮੰਗ ਮੰਨੀ ਨਹੀਂ ਜਾ ਰਹੀ। ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਆ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ। ਜਿਸ ਤਰ੍ਹਾਂ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਜੋਗਿੰਦਰ ਯਾਦਵ ਜੀ ਤੇ ਗੁਰਨਾਮ ਸਿੰਘ ਜਾਂ ਹੋਰ ਜਿੰਨੇ ਵੀ ਹੋਰ ਸੰਯੁਕਤ ਮੋਰਚੇ ਦੇ ਲੀਡਰ ਆ, ਉਹ ਪਿਛਲੇ ਦਿਨਾਂ ਤੋਂ ਬੰਗਾਲ ਪਹੁੰਚੇ ਹੋਏ ਆ ਤੇ ਉਹਨਾਂ ਨੇ ਜਾ ਕੇ ਇਸ ਵੇਲੇ ਬੀਜੇਪੀ ਦਾ ਰਾਜਨੀਤਿਕ ਪਿੜ ਜਿਹੜਾ ਆ ਉਹ ਬਿਲਕੁਲ ਉੱਥੇ ਜਾ ਕੇ ਉਹ ਖਿਲਾਰ ਦਿੱਤਾ ਹੈ। ਬਹੁਤ ਵੱਡੇ ਇਕੱਠ ਹੋ ਰਹੇ ਆ, ਕਿਸੇ ਪਾਰਟੀ ਦੀ ਉਹ ਹਮਾਇਤ ਨਹੀਂ ਲੈ ਰਹੇ, ਆਪਣੇ ਕਿਸਾਨੀ ਇਕੱਠ ਕਰ ਰਹੇ ਆ। ਜਦੋਂ ਅਸੀਂ ਉੱਥੇ ਦੀਆਂ ਤਸਵੀਰਾਂ ਦੇਖਦੇ ਹਾਂ, ਜਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਲੀਡਰਾਂ ਨੂੰ ਸੁਣਨ ਲਈ ਲੋਕ ਆ ਰਹੇ ਆ, ਇਹ ਇੱਕ ਬਹੁਤ ਵੱਡੀ ਗੱਲ ਆ ਕਿ ਇਲੈਕਸ਼ਨ ਦੇ ਵਿੱਚ ਕਿਸੇ ਉਸ ਪਾਰਟੀ ਦਾ ਇੰਨਾ ਵੱਡਾ ਵਿਰੋਧ ਹੋਣਾ ਜਿਹੜੀ ਪਿਛਲੇ 2-3 ਮਹੀਨੇ ਤੋਂ ਇੱਕੋ ਹੀ ਲੋਕਾਂ ਦੇ ਵਿੱਚ ਪਰਸੈਪਸ਼ਨ ਛੱਡ ਰਹੀ ਆ ਕਿ ਬੀਜੇਪੀ ਜਿਹੜੀ ਆ ਉਹ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਆ। ਪਰ ਜਿਵੇਂ ਜਿਵੇਂ ਉੱਥੋਂ ਬਿਆਨ ਆ ਰਹੇ ਆ ਜਾਂ ਗਰਾਊਂਡ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਆ, ਕਿਸਾਨੀ ਅੰਦੋਲਨ ਸ਼ਾਇਦ ਜੇ ਬੀਜੇਪੀ ਗੌਰਮੈਂਟ ਇਸ ਨੂੰ 5-6 ਮਹੀਨੇ ਪਹਿਲਾਂ ਕਿਤੇ ਨਾ ਆਪਣੇ ਤੱਥਾਂ ਦੇ ਆਧਾਰ ਤੇ ਨਿਪਟਾ ਲੈਂਦੀ ਤੇ ਬੀਜੇਪੀ ਨੂੰ ਬਹੁਤ ਸਸਤਾ ਪੈਣਾ ਸੀ। ਇਹ ਦਿਨ ਪ੍ਰਤੀ ਦਿਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਜਥੇਬੰਦੀਆਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ, ਖਾਸ ਕਰਕੇ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਬਹੁਤ ਜ਼ਿਆਦਾ ਵੱਡਾ ਮਹਿੰਗੇ ਮੁੱਲ ਪਊਗਾ। ਤੇ ਨਾਲ ਹੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਸੀ ਕਿ ਸ਼ੁਰੂਆਤ ਪੰਜਾਬ ਤੋਂ ਹੋਈ, ਇੱਥੇ ਬੀਜੇਪੀ ਦੇ ਲੀਡਰਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ, ਪਬਲਿਕ ਫੰਕਸ਼ਨਾਂ ਵਿੱਚ ਜਾਣਾ ਬੰਦ ਹੋ ਗਿਆ। ਨਾਲ ਹਰਿਆਣਾ ਜੁੜ ਗਿਆ, ਹਰਿਆਣੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਬੀਜੇਪੀ ਦੇ ਲੀਡਰਾਂ ਦੀ ਮਾੜੀ ਹਾਲਤ ਆ। ਹੁਣ ਸ਼ੁਰੂਆਤ ਕੁਛ ਪੱਛਮੀ ਆਪਣਾ ਯੂਪੀ ਜਿਹੜੀ ਆ, ਪੱਛਮੀ ਯੂਪੀ, ਉਹਦੇ ਵਿੱਚ ਵੀ ਹੋ ਗਿਆ। ਇਹ ਜਿਹੜੀ ਕਿਸਾਨੀ ਅੰਦੋਲਨ ਦੀ ਅੱਗ ਆ, ਇਹ ਜਿਵੇਂ ਜਿਵੇਂ ਪੰਜਾਬ ਤੋਂ ਤੁਰ ਕੇ ਇਸ ਵੇਲੇ ਭਾਰਤ ਦੇ ਵਿੱਚ ਖਿੱਲਰਦੀ ਜਾ ਰਹੀ ਆ, ਇਹ ਬੀਜੇਪੀ ਲਈ ਇੱਕ ਸੰਕੇਤ ਆ ਕਿ ਜਿੱਡਾ ਵੱਡਾ ਤੁਹਾਡੇ ਕੋਲ ਮਰਜ਼ੀ ਬਹੁਮਤ ਆ, ਇਸ ਅੱਗ ਨੇ ਕਿਤੇ ਨਾ ਕਿਤੇ ਆਪਣੀ ਚਪੇਟ ਵਿੱਚ ਬੀਜੇਪੀ ਨੂੰ ਲੈ ਲੈਣਾ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੰਗਾਲ ਦੇ ਜਿਹੜੇ ਰਿਜ਼ਲਟ ਆਉਣਗੇ ਉਹਨਾਂ ਵਿੱਚ ਕਲੀਅਰ ਕੱਟ ਇਸ ਗੱਲ ਦਾ
ਦੇਖਿਆ ਜਾਊਗਾ ਜਾਂ ਇਸ ਗੱਲ ਦੀ ਇੱਕ ਨਜ਼ਰ ਝਲਕ ਆਊਗੀ ਵੀ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਬੀਜੇਪੀ ਨੂੰ ਕਿੰਨਾ ਨੁਕਸਾਨ ਹੋਇਆ, ਫਾਇਦਾ ਕਿਹਨੂੰ ਹੁੰਦਾ ਆ, ਉਹ ਤਾਂ ਆਉਣ ਵਾਲਾ ਰਿਜ਼ਲਟ ਦੱਸੂਗਾ। ਅਲਟੀਮੇਟ ਜਿਸ ਤਰ੍ਹਾਂ ਉੱਥੇ ਮਮਤਾ ਬੈਨਰਜੀ ਦੀ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਆਪਣਾ ਰਾਜ ਕਰ ਰਹੀ ਆ ਤੇ ਉਸ ਪਾਰਟੀ ਨੂੰ ਵੱਧ ਫਾਇਦਾ ਹੋਊਗਾ। ਕੁਝ ਉੱਥੇ ਕਾਮਰੇਡ ਧਿਰਾਂ ਵੀ ਲੜ ਰਹੀਆਂ, ਕਾਂਗਰਸ ਵੀ ਲੜ ਰਹੀ ਆ, ਪਰ ਉਹਨਾਂ ਨੇ ਸੰਯੁਕਤ ਮੋਰਚੇ ਦੇ ਕਿਸਾਨ ਜਥੇਬੰਦੀਆਂ ਦਾ ਇੱਕੋ ਹੀ ਫੈਸਲਾ ਆ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਨਾ ਆ। ਬੀਜੇਪੀ ਨੂੰ ਛੱਡ ਕੇ ਕਿਹਨੂੰ ਵੀ ਮਰਜ਼ੀ ਵੋਟ ਪਾ ਦਿੱਤੀ ਜਾਊਗੀ ਤੇ 2 ਮਈ ਨੂੰ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਊਗਾ ਤੇ ਉੱਤੇ ਕਿਸਾਨੀ ਅੰਦੋਲਨ ਦੇ ਇਹਨਾਂ ਆਗੂਆਂ ਦੀਆਂ ਕੀਤੀਆਂ ਤਕਰੀਰਾਂ ਦੀ ਝਲਕ ਨਜ਼ਰ ਜ਼ਰੂਰ ਆਊਗੀ। ਤੇ ਅੰਮ੍ਰਿਤ ਜੀ ਤੁਹਾਡੇ ਵੱਲ ਆਉਂਦੇ ਆ ਕਿ ਇਹਨਾਂ ਨੇ ਦੱਸਤਾ ਕਿ ਕੱਲ ਕੀ ਕਾਰਗੁਜ਼ਾਰੀ ਹੋਈ ਤੇ ਅੱਜ ਟਕੈਤ ਜੀ ਨੰਦੀਗ੍ਰਾਮ ਪਹੁੰਚੇ ਹੋਏ ਨੇ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਕੀ ਕੁਝ ਬੋਲਣਗੇ? ਥੋੜਾ ਜਿਹਾ ਅੰਦਾਜ਼ਾ, ਕਿਉਂਕਿ ਬੋਲਣਾ ਤੇ ਉਹਨਾਂ ਨੇ ਆਪਣੇ ਸਟਾਈਲ ਦੇ ਵਿੱਚ ਹੀ ਹੈ। ਬਿਲਕੁਲ। ਇਸ ਤੋਂ ਪਹਿਲਾਂ ਕਿ ਅਸੀਂ ਰਕੇਸ਼ ਟਕੈਤ ਦੀ ਗੱਲ ਕਰੀਏ, ਅਸੀਂ ਗੱਲ ਕਰੀਏ ਕਿ ਇਹ ਅੰਦੋਲਨ ਜਿਹੜਾ ਆ ਪੰਜਾਬ ਤੋਂ ਸ਼ੁਰੂ ਹੋਇਆ ਜੀ। ਜਦੋਂ ਤੁਸੀਂ ਹਿੰਦੁਸਤਾਨ ਦੇ ਨਕਸ਼ੇ ਨੂੰ ਦੇਖਦੇ ਆ, ਪੰਜਾਬ ਬਿਲਕੁਲ ਇੱਕ ਸਾਈਡ ਤੇ ਆ ਤੇ ਬੰਗਾਲ ਬਿਲਕੁਲ ਦੂਸਰੀ ਸਾਈਡ ਤੇ ਜੀ। ਤੇ ਪੰਜਾਬ ਦੇ ਨਾਲ ਕੋਈ ਸਮੁੰਦਰ ਨਹੀਂ ਹੈਗਾ ਤੇ ਬੰਗਾਲ ਜਿਹੜਾ ਆ ਉਹ ਸਮੁੰਦਰੀ ਕਿਨਾਰੇ ਤੇ ਵਸਿਆ ਹੋਇਆ ਪ੍ਰਾਂਤ ਆ। ਪਰ ਇਹਨਾਂ ਦੋਨਾਂ ਸਟੇਟਾਂ ਦੀ ਬਹੁਤ ਪੁਰਾਣੀ ਤੇ ਬਹੁਤ ਲੰਬੀ ਸਾਂਝ ਆ ਜੀ। ਜਦੋਂ ਅਸੀਂ ਸਾਹਿਤਕ ਨਜ਼ਰੀਏ ਤੋਂ ਦੇਖਦੇ ਆ ਤੇ ਬੰਗਾਲ ਦਾ ਜਿਹੜਾ ਲਿਟਰੇਚਰ ਤੇ ਕਲਚਰ ਆ ਤੇ ਪੰਜਾਬ ਦਾ ਜਿਹੜਾ ਲਿਟਰੇਚਰ ਤੇ ਕਲਚਰ ਆ, ਉਹ ਬਹੁਤ ਦੋਨੋਂ ਹੀ ਉੱਤਮ ਮੰਨੇ ਜਾਂਦੇ ਆ। ਚੰਗੀ ਸ਼੍ਰੇਣੀ ਦਾ ਕਲਚਰ ਇੱਥੇ ਵੀ ਆ ਤੇ ਉੱਥੇ ਵੀ ਆ ਤੇ ਲਿਟਰੇਚਰ ਵੀ। ਤੇ ਇੱਕ ਹੋਰ ਸਾਂਝ ਵੀ ਆ ਕਿ ਇਹ ਦੋਨੋਂ ਹੀ ਸੂਬੇ ਜਦੋਂ ਭਾਰਤ ਦੀ ਵੰਡ ਹੋਈ ਆ ਵੰਡੇ ਵੀ ਗਏ ਨੇ। ਪੰਜਾਬ ਪਹਿਲਾਂ ਵੰਡਿਆ ਗਿਆ ਸੀ ਤੇ ਬੰਗਾਲ ਜਦੋਂ ਬੰਗਲਾਦੇਸ਼ ਬਣ ਗਿਆ ਫਿਰ ਵੰਡਿਆ ਗਿਆ ਤੇ ਇਹਨਾਂ ਹੀ ਸੂਬਿਆਂ ਨੇ ਬਹੁਤ ਸਾਰਾ ਦਰਦ ਵੀ ਹੰਢਾਇਆ। ਤੇ ਹੁਣ ਇਹ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ, ਜਿੱਦਾਂ ਬਿਲਗਾ ਜੀ ਨੇ ਦੱਸਿਆ, ਤੇ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਹ ਅੰਦੋਲਨ ਜਿਹੜਾ ਆ ਬੰਗਾਲ ਤੱਕ ਵੀ ਪਹੁੰਚੂਗਾ ਜਾਂ ਕੇਰਲਾ ਤੱਕ ਵੀ ਪਹੁੰਚੂਗਾ, ਤਾਮਿਲਨਾਡੂ ਤੱਕ ਵੀ ਪਹੁੰਚੂਗਾ। ਇਹਨੂੰ ਉੱਥੇ ਤੱਕ ਲਿਜਾਣ ਲਈ ਜਾਂ ਤੇ ਤੁਸੀਂ ਕਹਿ ਲਓ ਕਿ ਕੁਦਰਤ ਦਾ ਤੇ ਕਾਦਰ ਦਾ ਹੱਥ ਆ ਤੇ ਜਾਂ ਬੀਜੇਪੀ ਦੇ ਕਿਤੇ ਵਿਰੋਧ ਦਾ ਹੱਥ ਆ। ਨਹੀਂ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਡਿਮਾਂਡ ਰੱਖੀ ਸੀ ਉਹ ਸਿਰਫ 2 ਦਿਨ ਦਿੱਲੀ ਦੀ ਡਿਮਾਂਡ ਸੀ ਤੇ ਜੇ ਉਹਨੂੰ ਮੰਨ ਲਿਆ ਜਾਂਦਾ ਲਿਖਤੀ ਤੌਰ ਤੇ, ਜਿਵੇਂ ਦੀ ਇਹਨਾਂ ਨੇ ਪਰਮਿਸ਼ਨ ਦੀ ਰਿਕੁਐਸਟ ਕੀਤੀ ਸੀ ਸੈਂਟਰ ਸਰਕਾਰ ਤੋਂ ਦਿੱਲੀ ਦੇ ਵਿੱਚ, ਤੇ ਇਹਨਾਂ ਨੇ 2 ਦਿਨ ਦਾ ਵਿਰੋਧ ਕਰਕੇ ਵਾਪਸ ਆਉਣਾ ਸੀ ਕਿਉਂਕਿ ਲਿਖਤੀ ਦਿੱਤਾ ਹੋਣਾ ਸੀ। ਉਸ ਤੋਂ ਬਾਅਦ ਵਿੱਚ ਖੈਰ ਉਹ ਸਾਰੀਆਂ ਹਾਈਪੋਥੈਟੀਕਲ ਗੱਲਾਂ ਨੇ ਕਿ ਜੇ ਇੰਜ ਹੁੰਦਾ ਤੇ ਉਂਝ ਹੁੰਦਾ, ਜੇ ਇੰਜ ਹੁੰਦਾ ਤੇ ਇਦਾਂ ਹੁੰਦਾ। ਹੁਣ ਜਿੱਥੇ ਇਹ ਅੰਦੋਲਨ ਪਹੁੰਚਿਆ ਆ ਉੱਥੇ ਸ਼ੁਰੂਆਤ ਇਹਦੀ ਸਿਰਫ ਔਰ ਸਿਰਫ ਖੇਤੀ ਬਿੱਲਾਂ ਨਾਲ ਹੋਈ ਸੀ। ਕਿਸਾਨੀ ਜਿਹੜੇ ਲੀਡਰ ਨੇ, ਜਿਹੜੇ ਸਾਡੇ ਸੰਗਠਨਾਂ ਦੇ ਮੁਖੀ ਨੇ, ਉਹ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਸਾਡਾ ਜਿਹੜਾ ਅੰਦੋਲਨ ਆ ਸਿਰਫ ਔਰ ਸਿਰਫ ਉਹਨਾਂ 3 ਬਿੱਲਾਂ ਦੀ ਵਾਪਸੀ, ਉਸ ਤੋਂ ਬਾਅਦ ਉਹਦੇ 'ਚ ਜੁੜ ਗਿਆ MSP ਤੇ ਹੁਣ ਉਹਦੇ ਨਾਲ ਚੌਥੀ ਗੱਲ ਇੱਕ ਜੁੜੀ ਹੈਗੀ ਆ, ਜਿਹੜੇ 26 ਤੋਂ ਬਾਅਦ ਜਿਹੜੇ ਕੇਸ ਹੋਏ ਆ ਜਾਂ ਜਿਹੜੇ ਬੰਦੇ ਗ੍ਰਿਫਤਾਰ ਆ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਤੇ ਸਾਰੇ ਕੇਸਾਂ ਦੀ ਵਾਪਸੀ। ਅਸੀਂ ਫਿਰ ਉਸ ਗੱਲ ਦੇ ਉੱਤੇ ਜਦੋਂ ਦੁਹਰਾ ਕਰੀਏ ਤੇ ਜਦੋਂ ਜਿੱਦਾਂ ਬਿਲਗਾ ਜੀ ਨੇ ਦੱਸਿਆ ਕਿ ਜੇ ਬੀਜੇਪੀ ਇਹਨੂੰ ਪਹਿਲਾਂ ਮੁਕਾ ਲੈਂਦੀ ਤਾਂ ਸਿਰਫ ਔਰ ਸਿਰਫ 3 ਬਿੱਲਾਂ ਨੂੰ ਰੋਕ ਕੇ ਉਸ ਤੋਂ ਬਾਅਦ ਇੱਕ ਕਮੇਟੀ ਬਣਾਉਣ ਦੀ ਜਿਹੜੀ ਡਿਮਾਂਡ ਆ ਉਹ ਸ਼ੁਰੂ 'ਚ ਰੱਖੀ ਗਈ ਸੀ। ਪਰ ਜਿੱਦਾਂ ਕਹਿੰਦੇ ਜੂੰ ਦਵਾ ਕੀ ਮਰਜ਼ बढ़ता ਹੀ ਗਿਆ, ਬੀਜੇਪੀ ਨੇ ਉਸ ਰੋਗ ਲਈ ਸਹੀ ਦਵਾਈ ਦੀ ਚੋਣ ਨਹੀਂ ਕੀਤੀ ਤੇ ਉਹ ਜਿਹੜੀ ਮਰਜ਼ ਵੱਧਦੀ ਹੁਣ ਇੱਥੇ ਤੱਕ ਪਹੁੰਚ ਗਈ ਆ ਕਿਉਂਕਿ ਕਿਸਾਨੀ ਅੰਦੋਲਨ ਦੇ ਜਿਹੜੇ ਮੁਖੀਆ ਨੇ ਉਹ ਬਹੁਤ ਦਿਨਾਂ ਤੋਂ ਦਿੱਲੀ ਬੈਠੇ ਨੇ। ਉਹਨਾਂ ਨੇ ਹਰ ਤਰੀਕੇ ਦਾ ਵਿਰੋਧ ਕਰਕੇ ਦੇਖ ਲਿਆ, ਧਰਨਾ ਵੀ ਕੀਤਾ, ਭੁੱਖ ਹੜਤਾਲ ਵੀ ਕੀਤੀ, ਮਾਰਚ ਵੀ ਕੀਤਾ, ਟਰੈਕਟਰ ਮਾਰਚ ਵੀ ਕੀਤਾ, ਹੋਰ ਵੀ ਸਾਰੇ ਜਿਹੜੇ ਉਹਨਾਂ ਨੇ ਉਹਦੇ ਲਈ ਜਿੰਨੇ ਦਿਨ ਸੀ ਉਹ ਮਨਾਏ, ਪਰ ਸਰਕਾਰ ਦੇ ਕੰਨ ਤੇ ਉਹਦੀ ਜਿਹੜੀ ਜੂੰ ਆ ਉਹ ਸਰਕੀ ਨਹੀਂ। ਇਦਾਂ ਨਹੀਂ ਕਹਿ ਸਕਦੇ ਸਰਕੀ ਨਹੀਂ। ਅੱਛਾ ਅੰਮ੍ਰਿਤ ਜੀ, ਸਰਕਾਰ ਦੇ ਮੈਨੂੰ ਲੱਗਦਾ ਹੈ ਸਿਰ 'ਚ ਜੂਆਂ ਹੈ ਹੀ ਨਹੀਂ, ਤਾਂ ਹੀ ਨਹੀਂ ਕੁਝ ਸਰਕੀ ਉਹਨਾਂ ਦੀ। ਨਹੀਂ, ਇਹਨੂੰ ਤੁਸੀਂ ਪੋਜ਼ਿਟਿਵ ਨਾ ਲਈਏ ਕਿ ਇਹਨਾਂ ਦੇ ਸਿਰ 'ਚ ਜੂਆਂ ਨਹੀਂ ਹੈਗੇ ਤੇ ਇਹਨਾਂ ਦੇ ਸਿਰ ਬਹੁਤ ਸਾਫ਼ ਨੇ। ਜੂੰ ਸਰਕਣ ਤੋਂ ਮਤਲਬ ਹੈ ਕਿ ਉਹਨਾਂ ਨੇ ਇਸ ਗੱਲ ਦਾ ਨੋਟਿਸ ਨਹੀਂ ਲਿਆ। ਨੋਟਿਸ ਲਿਆ ਪਰ ਉਹਨਾਂ ਸ਼ਿੱਦਤ ਨਾਲ ਨਹੀਂ ਲਿਆ ਤੇ ਉਹਨੂੰ ਉਸ ਗੱਲ ਨੂੰ ਮੁਕਾਉਣ ਵੱਲ ਨੂੰ ਨਹੀਂ ਗਏ। ਤੇ ਹੁਣ ਕਿਸਾਨਾਂ ਨੇ ਇਹ ਫੈਸਲਾ ਕੀਤਾ ਕਿ ਜਿੱਥੇ ਵੀ ਕਿਤੇ ਇਲੈਕਸ਼ਨਸ ਹੁੰਦੀਆਂ ਨੇ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਧਰਨੇ ਦੀ ਸ਼ੁਰੂਆਤ ਇਸ ਗੱਲ ਤੋਂ ਹੋਈ ਸੀ ਕਿ ਜਦੋਂ ਧਰਨਾ ਜਿਹੜਾ ਆ ਉਹ ਮੌਜੂਦਾ ਨਿਜ਼ਾਮ ਦੇ ਖਿਲਾਫ ਹੀ ਲੱਗਦਾ। ਸਰਕਾਰ ਤੋਂ ਅਸੀਂ ਆਪਣੀ ਕੋਈ ਮੰਗ ਮਨਾਉਣ ਲਈ ਧਰਨਾ ਲਾਉਂਦੇ ਆ ਤੇ ਸਰਕਾਰ ਉਸ ਮੰਗ ਨੂੰ ਨਹੀਂ ਮੰਨਦੀ ਤਾਂ ਫਿਰ ਉਹ ਉਨੀ ਦੇਰ ਤੱਕ ਚੱਲੀ ਜਾਊਗਾ ਜਦ ਤੱਕ ਉਸ ਮੰਗ ਦੀ ਪੂਰਤੀ ਜਿਹੜੀ ਨਹੀਂ ਹੁੰਦੀ। ਤੇ ਸਰਕਾਰ ਦਾ ਧਿਆਨ ਬੰਗਾਲ ਦੀਆਂ ਇਲੈਕਸ਼ਨ ਸੀ, ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਗੱਲ ਕੀਤੀ ਕਿ 3 ਸੀਟਾਂ ਸੀ ਸਿਰਫ ਬੀਜੇਪੀ ਕੋਲ ਪਿਛਲੇ ਵਿਧਾਨ ਸਭਾ ਇਲੈਕਸ਼ਨ 'ਚ ਤੇ ਹੁਣ ਉਹ 3 ਤੋਂ 294 ਦਾ ਅੱਧ, ਮਤਲਬ ਕਿ 150 ਦੇ ਕਰੀਬ ਸੀਟ ਜਿੱਤਣ ਦੇ ਆਪਣੇ ਸੁਪਨੇ ਤੇ ਆ। 3 ਨੂੰ 150 'ਚ ਬਦਲਣ ਲਈ ਉਹ ਤਿਆਰ ਨੇ, ਪਰ ਜਿਹੜੇ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਉਹਨਾਂ ਤੋਂ ਇੱਕ ਮੰਗ ਕਰ ਰਹੇ ਆ ਉਹਨੂੰ ਉਹ ਦਰਕਿਨਾਰ ਕਰ ਬੈਠੇ ਨੇ। ਤੇ ਇਸੇ ਕਰਕੇ ਇਹਨਾਂ ਲੀਡਰਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਅਸੀਂ ਬੰਗਾਲ ਜਾ ਕੇ ਜਿਹੜੀ ਆਪਣੀ ਉੱਥੇ ਮੰਗ ਆਮ ਲੋਕਾਂ 'ਚ ਰੱਖਾਂਗੇ, ਉਹਨਾਂ ਨੂੰ ਦੱਸਾਂਗੇ ਕਿ ਕਾਨੂੰਨ ਕੀ ਨੇ ਤੇ ਇਹ ਜਿਹੜੀ ਪਾਰਟੀ ਆ, ਜਿਹੜੀ ਮੌਜੂਦਾ ਸੈਂਟਰ ਸਰਕਾਰ ਆ, ਉਹ ਸਾਡਾ ਵਿਰੋਧ ਕਰਦੀ ਆ। ਕਿਤੇ ਨਾ ਕਿਤੇ ਅਸੀਂ ਇਦਾਂ ਵੀ ਦੇਖਦੇ ਸੀਗੇ ਕਿ ਇਹਨਾਂ ਕਿਸਾਨਾਂ ਨੂੰ ਇਹੋ ਜਿਹਾ ਵਿਰੋਧ ਜਿਹੜਾ ਆ ਰਾਜਨੀਤੀ 'ਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਪਰ ਗੱਲ ਇਹ ਆ ਕਿ ਜਦੋਂ ਅਸੀਂ ਕਹਿੰਦੇ ਆ ਫਿਰ ਪਿਆਰ ਤੇ ਜੰਗ 'ਚ ਸਭ ਜਾਇਜ਼ ਆ।
ਇੰਨੇ ਲੰਬੇ ਸਮੇਂ ਤੋਂ ਅਸੀਂ ਉੱਥੇ ਬੈਠੇ ਹਾਂ, ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਫਿਰ ਵਿਰੋਧ ਤੇ ਕਰਨਾ ਹੀ ਪਊਗਾ। ਜਿਹੜੀ ਗੱਲ ਤੁਹਾਨੂੰ ਸੌਖੀ ਲੱਗਦੀ ਹੈ ਅਸੀਂ ਉੱਥੇ ਵਿਰੋਧ ਕਰਦੇ ਹਾਂ। ਬਜਟ ਸੈਸ਼ਨ ਦਾ ਵਿਰੋਧ ਵੀ ਹੋਇਆ ਤੇ ਹੁਣ ਫਿਰ ਉਸ ਤੋਂ ਬਾਅਦ ਸੰਸਦ ਦੇ ਘਿਰਾਓ ਦੀ ਗੱਲ ਵੀ ਕੀਤੀ ਜਾ ਰਹੀ ਸੀ, ਪਰ ਉਸ ਤੋਂ ਪਹਿਲਾਂ ਬੰਗਾਲ ਦੀਆਂ ਚੋਣਾਂ 'ਚ ਗੱਲ ਹੋ ਰਹੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਨੰਦੀਗ੍ਰਾਮ ਦੀ, ਤੇ ਨੰਦੀਗ੍ਰਾਮ ਜਿਹੜੀ ਆ ਉਹ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਮਮਤਾ ਬੈਨਰਜੀ ਉੱਥੋਂ ਆਪ ਇਲੈਕਸ਼ਨ ਲੜ ਰਹੇ ਨੇ ਤੇ ਇਹਨਾਂ ਦੇ ਹੀ ਸਾਥੀ ਜਿਹੜੇ ਛੱਡ ਕੇ ਬੀਜੇਪੀ 'ਚ ਗਏ ਨੇ ਉਹ ਉਹਨਾਂ ਦੇ ਖਿਲਾਫ ਚੋਣ ਲੜ ਰਹੇ ਨੇ। ਤੇ ਟਕੈਤ ਸਾਹਿਬ ਦਾ ਉੱਥੇ ਜਾਣਾ ਤੇ ਉਸੇ ਅੰਦੋਲਨ ਦੇ ਦੌਰਾਨ ਉਸ ਇਲੈਕਸ਼ਨਸ ਦੇ ਵਿੱਚ ਲੋਕਾਂ ਨੂੰ ਬੀਜੇਪੀ ਦੇ ਖਿਲਾਫ ਕਰਨਾ ਤੇ ਲੋਕਾਂ ਨੂੰ ਇਸ ਗੱਲ ਲਈ ਕਹਿਣਾ ਕਿ ਇਸ ਨਿਜ਼ਾਮ ਨੂੰ ਵੋਟ ਨਾ ਦਿੱਤੀ ਜਾਵੇ, ਉਹਦੇ ਜਿੱਦਾਂ ਬਿਲਗਾਈ ਨੇ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਬੜੇ ਲੰਬੇ ਜਿਹੜੇ ਅਰਥ ਉਹ ਨਿਕਲਣਗੇ। ਇਸ ਅੰਦੋਲਨ ਨੇ ਸਾਰੇ ਹੀ ਮੁਲਕ ਨੂੰ 2 ਹਿੱਸਿਆਂ ਵਿੱਚ ਵੰਡਿਆ ਹੈ। ਉੱਥੇ ਬੀਜੇਪੀ ਦਾ ਵਿਰੋਧ ਤਾਂ ਹੈ ਹੀ ਹੈ, ਪਰ ਬੀਜੇਪੀ ਦਾ ਜਿਹੜਾ ਅਰਥ ਆ ਉਹ ਇੱਕ ਕਾਰਪੋਰੇਟ ਸੈਕਟਰ ਆ, ਜਾਂ ਤੁਸੀਂ ਇਦਾਂ ਕਹਿ ਲਓ ਕਿ ਸਮਾਜਵਾਦੀ ਤੇ ਸਮਰਾਜਵਾਦੀ ਨਿਜ਼ਾਮ ਦਾ ਜਿਹੜਾ ਜੰਗ ਆ ਇੱਕ ਸ਼ੁਰੂ ਹੋਇਆ। ਮੈਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਇਹ ਅੰਦੋਲਨ, ਇਸ ਅੰਦੋਲਨ ਦੇ ਜਿਹੜੇ ਸਿੱਟੇ ਨੇ ਉਹ ਸਾਰੀ ਦੁਨੀਆ ਨੂੰ ਕੁਛ ਨਾ ਕੁਛ ਨਵਾਂ ਦੇ ਕੇ ਜਾਣਗੇ। ਕੈਪੀਟਲਿਜ਼ਮ ਜਿਹੜਾ ਇੰਨੀ ਸਪੀਡ ਨਾਲ ਵੱਧਦਾ ਪਿਆ ਆ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਇੰਨੇ ਅਮੀਰ ਹੋ ਗਏ, ਇੰਨੇ ਅਮੀਰ ਹੋ ਗਏ, ਸ਼ੇਅਰ ਮਾਰਕੀਟ ਇੱਥੇ ਚੱਲ ਗਈ, ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਪਈ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਮੰਥਨ ਹੋਊਗਾ ਆਉਣ ਵਾਲੇ ਸਮੇਂ 'ਚ, ਜਦੋਂ ਰਿਸਰਚ ਪੇਪਰ ਲਿਖੇ ਜਾਣਗੇ ਤੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਹਾਲ ਦੀ ਘੜੀ ਕਿਸਾਨਾਂ ਦੇ ਵਿਰੋਧ ਨਾਲ ਬੀਜੇਪੀ ਨੂੰ ਕਿੰਨੀ ਸੱਟ ਵੱਜਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ, ਪਰ ਆਮ ਲੋਕਾਂ ਦਾ ਕਿਸੇ ਵੀ ਰਾਜਨੀਤੀ ਦੇ ਖਿਲਾਫ ਇਕੱਠੇ ਹੋਣਾ ਇੱਕ ਚੰਗਾ ਸ਼ਗਨ ਹੈ। ਤੇ ਇਸ ਵੇਲੇ ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ, ਪਰ ਇਸ ਵੇਲੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਗੁਰਨਾਮ ਜੀ, ਤੁਹਾਡੇ ਵੱਲ ਆਉਂਦੇ ਹਾਂ। 26 ਮਾਰਚ ਦੀ ਭਾਰਤ ਬੰਦ ਕਿ ਮੁਕੰਮਲ ਬੰਦ ਦੀ ਤਿਆਰੀ, ਇਹ ਤਿਆਰੀ ਕਿੱਥੋਂ ਤੱਕ ਪਹੁੰਚੀ ਹੈ ਇਸ ਵੇਲੇ? ਪਰਮਿੰਦਰ ਜੀ, ਗੱਲ ਇਸ ਤਰ੍ਹਾਂ ਵੀ 26 ਤਰੀਕ ਦਾ ਇਸ ਅੰਦੋਲਨ ਦੇ ਨਾਲ ਖਾਸਾ ਇੱਕ ਲਗਾਓ ਰਿਹਾ। 26 ਜਨਵਰੀ ਦਾ, 26 ਫਰਵਰੀ ਦਾ ਤੇ 26 ਮਾਰਚ ਦਾ। ਕਿਸਾਨ ਜਥੇਬੰਦੀਆਂ ਹੁਣ ਕੋਈ ਵੀ ਆਪਣਾ ਰੁੱਖ ਮੋਰਚਾ ਜਿਹੜਾ ਆ ਉਹ ਸੁਣਨਾ ਨਹੀਂ ਛੱਡਣਾ ਚਾਹੁੰਦੀਆਂ, ਹਰ ਮੋਰਚੇ ਤੇ ਕੰਮ ਕਰਨਾ ਚਾਹੁੰਦੀਆਂ। ਆਪਾਂ ਜਿੱਦਾਂ ਪਹਿਲਾਂ ਕੀਤੀ ਵੀ ਪੱਛਮੀ ਬੰਗਾਲ ਦੇ ਵਿੱਚ ਵੋਟ ਤੇ ਚੋਟ ਦੀ ਜਿਹੜੀ ਉਹਨੀ ਇੱਕ ਨੀਤੀ ਬਣਾਈ ਆ, ਉੱਤੇ ਵੀ ਕੰਮ ਕਰ ਰਹੇ ਤੇ ਨਾਲ ਹੀ ਜਿਹੜੇ ਵੱਖ-ਵੱਖ ਬਾਰਡਰਾਂ ਤੇ ਬੈਠੇ ਕਿਸਾਨ ਇਸ ਵੇਲੇ ਆ ਉਹਨਾਂ ਨੂੰ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਸੋਚ ਬਣੀ ਰਹੇ, ਪਕੜ ਬਣੀ ਰਹੇ, ਲਗਾਓ ਬਣਿਆ ਰਹੇ ਤੇ ਉਹਨਾਂ ਨੂੰ ਕੋਈ ਨਾ ਕੋਈ ਸਮੇਂ-ਸਮੇਂ ਤੇ ਕਾਲ ਦਿੰਦੇ ਰਹਿੰਦੇ ਆ। ਜਿਵੇਂ ਪਿਛਲੇ ਦਿਨੀ KMP ਬੰਦ ਕੀਤਾ ਗਿਆ ਤੇ ਉਹ ਤੋਂ ਵੀ ਇਹ ਸੀਗਾ ਵੀ ਉਤਸ਼ਾਹ ਜਿਹੜਾ ਆ ਉਹ ਕਿਸਾਨਾਂ ਦੇ ਵਿੱਚ ਇੱਕ ਬਣਿਆ ਰਹੇ। ਹੁਣ ਇਸੇ ਕੜੀ ਨੂੰ ਅੱਗੇ ਤੋਰਦਿਆਂ ਕਿਸਾਨ ਜਥੇਬੰਦੀਆਂ ਨੇ ਇੱਕ ਵੱਡਾ ਫੈਸਲਾ ਲਿਆ ਆ ਕਿ ਜਿਸ ਤਰ੍ਹਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਤੇ ਉੱਪਰ ਦੀ ਆੜ੍ਹਤੀਆਂ ਦੇ ਨਾਲ ਵੀ ਜਿਹੜਾ ਸਰਕਾਰ ਦਾ ਵਤੀਰਾ ਜਾਂ ਆੜ੍ਹਤੀਆਂ ਦੇ ਪ੍ਰਤੀ ਜਿਹੜੀ ਸਰਕਾਰ ਦੀ ਸ਼ਬਦਾਵਲੀ ਆ, ਵਿਚੋਲੇ ਕਹਿਣਾ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਮਾੜੇ ਮਾੜੇ ਲਫ਼ਜ਼ ਕਹਿਣਾ, ਉਹ ਸਾਰੇ ਇਸ ਭਾਈਚਾਰੇ ਨੂੰ ਜੋੜ ਕੇ ਨਾਲ ਜਿਹੜਾ ਲੇਬਰ ਐਕਟ ਆਇਆ, ਲੇਬਰ ਐਕਟ ਦੇ ਵਿੱਚ ਲਗਭਗ ਸਾਰੇ ਜਿਹੜੇ ਮਜ਼ਦੂਰਾਂ ਦੇ ਹੱਕ ਆ ਉਹ ਸਾਰੇ ਖਤਮ ਕਰ ਦਿੱਤੇ ਗਏ। ਉਹਨਾਂ ਦੀ ਕੋਈ ਅਪੀਲ ਨਹੀਂ, ਦਲੀਲ ਨਹੀਂ। ਜਿੰਨੇ ਬਹੁਤ ਜਹਿਦ ਤੋਂ ਬਾਅਦ ਮਜ਼ਦੂਰ ਜਿਹੜੇ ਆ ਉਹਨਾਂ ਨੇ ਆਪਣੇ ਹੱਕ ਦੇ ਐਕਟ ਬਣਵਾਏ ਸੀਗੇ ਸਰਕਾਰਾਂ ਤੋਂ, ਪਰ ਇਸ BJP ਸਰਕਾਰ ਨੇ ਜਾਂ ਕਹਿ ਲਈਏ ਮੋਦੀ ਸਰਕਾਰ ਨੇ ਕਾਰਪੋਰੇਟ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮਜ਼ਦੂਰਾਂ ਦੇ ਜਿਹੜਾ ਐਕਟ ਦੇ ਵਿੱਚ ਸੋਧ ਕੀਤੀ ਆ, ਉਹਦੇ ਲਈ ਮਜ਼ਦੂਰ ਵਰਗ ਜਿਹੜਾ ਬਹੁਤ ਆਉਣ ਵਾਲੇ ਸਮੇਂ 'ਚ ਪ੍ਰਭਾਵਿਤ ਹੋਊਗਾ। ਮਜ਼ਦੂਰ ਵਰਗ ਤੇ ਨਾਲ ਹੀ ਜਿੱਦਾਂ ਉਹਨਾਂ ਨੇ ਦੇਖਿਆ ਵੀ ਟਰਾਂਸਪੋਰਟ ਜਿਹੜਾ ਲੋਕਾਂ ਦਾ ਕਾਰੋਬਾਰ ਆ ਉਹ ਵੀ ਜਦੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵੱਧਦੀਆਂ ਤੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ। ਆਪਾਂ ਪਿਛਲੇ ਸਮੇਂ 'ਚ ਵੀ ਦੇਖਦੇ ਰਹੇ ਕਿ ਟਰਾਂਸਪੋਰਟ ਯੂਨੀਅਨ ਜਦੋਂ ਭਾਰਤ ਪੱਧਰ ਤੇ ਮੁਕੰਮਲ ਬੰਦ ਦਾ ਸੱਦਾ ਦਿੰਦੀਆਂ ਤੇ ਸ਼ਾਇਦ ਹੀ ਕੋਈ ਇੱਦਾਂ ਦੀ ਕੋਈ ਆਪਾਂ ਨੂੰ ਮਿਲੂਗੀ ਗੱਲ ਦੇਖਣ ਨੂੰ ਵੀ ਜਿੱਥੇ ਉਹਨਾਂ ਦਾ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਆ ਉਹ ਨਾਕਾਮ ਗਿਆ ਹੋਵੇ। ਨਹੀਂ ਤਾਂ ਅਕਸਰ ਦੇਖਿਆ ਜਾਂਦਾ ਕਿ ਜਦੋਂ ਮੁਕੰਮਲ ਬੰਦ ਦੀ ਕਾਲ ਟਰਾਂਸਪੋਰਟਰਾਂ ਵੱਲੋਂ ਆਉਂਦੀ ਆ ਨਾ, ਉਸ ਵੇਲੇ ਟੋਟਲ ਭਾਰਤ ਦੇ ਵਿੱਚ ਪੂਰੀ ਉਹਦੀ ਆ ਉਹ ਬੰਦ ਹੁੰਦਾ ਆ। ਤੇ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਹੁਣ ਮਜ਼ਦੂਰ ਵਰਗ, ਆੜਤੀਆ ਵਰਗ ਤੇ ਨਾਲ ਹੀ ਜਿਹੜਾ ਟਰਾਂਸਪੋਰਟ ਵਰਗ, ਇਹਨਾਂ ਦੇ ਨਾਲ ਸਾਰਾ ਰਾਬਤਾ ਕਰਕੇ ਇਹਨਾਂ ਨੂੰ ਆਪਣੇ ਅੰਦੋਲਨ ਦੇ ਨਾਲ ਜੋੜਿਆ ਤੇ ਜਿਹੜੀ 26 ਮਾਰਚ ਦੀ ਬੰਦ ਦੀ ਕਾਲ ਆ ਉਹ ਇਸ ਅੰਦੋਲਨ ਨੂੰ ਇੱਕ ਬਹੁਤ ਵੱਡਾ ਸਹਾਰਾ ਦਊਗੀ ਤੇ ਇਹ ਪੂਰੇ ਭਾਰਤ ਦੇ ਵਿੱਚ ਇਹਦਾ ਅਸਰ ਦੇਖਿਆ ਜਾਊਗਾ, ਕਿਉਂਕਿ ਇਸ ਬੰਦ ਦੇ ਅਸਰ ਦਾ
ਜਿਸ ਤਰ੍ਹਾਂ ਕਹਿੰਦੇ ਵੀ ਆਪਾਂ ਕੁਝ ਨੈਸ਼ਨਲ ਮੀਡੀਆ ਜਾਂ ਸਰਕਾਰ ਪੱਖੀ ਮੀਡੀਆ ਇਹ ਖਬਰਾਂ ਨੂੰ ਆਪਣੀਆਂ 2-3 ਸਟੇਟਾਂ ਤੋਂ ਸਾਈਡ ਤੇ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ ਅੰਦੋਲਨ ਕੋਈ ਚੱਲ ਰਿਹਾ ਬਾਕੀ ਸਟੇਟਾਂ ਦੇ ਵਿੱਚ। ਪਰ ਇਹ ਜਿਹੜੀ ਬੰਦ ਦੀ ਕਾਲ ਹੋਊਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਆਪਣਾ ਇਹ ਛਾਪ ਛੱਡ ਕੇ ਜਾਊਗੀ ਤੇ ਸਰਕਾਰ ਨੂੰ ਇਹ ਹਲੂਣਾ ਵੀ ਦਊਗੀ, ਕਿਉਂਕਿ ਇਸ ਬੰਦ ਨੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਦਾ ਜਿਹੜਾ ਆ ਅਗਲਾ ਦੌਰ ਆ ਜਿਹੜਾ ਉਹ ਤੈਅ ਕਰਨਾ ਹੈ ਜੀ। ਤੇ ਅੰਮ੍ਰਿਤ ਜੀ, ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਕਿ 26 ਮਾਰਚ ਦੀ ਜਿਹੜੀ ਤਿਆਰੀ ਹੈ ਉਹਦੇ ਬਾਰੇ ਕੋਈ ਤੁਹਾਡੇ ਮਨ 'ਚ ਵਿਚਾਰ ਆ ਰਿਹਾ ਹੋਵੇ ਇਸ ਵੇਲੇ? ਦੇਖੋ ਜੀ, ਵਿਚਾਰ ਜਿਹੜੇ ਸਾਡੇ ਮਨ 'ਚ ਆ ਰਹੇ ਆ ਉਸ ਤੋਂ ਪਹਿਲਾਂ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਨੇ ਇੰਨੇ ਦਿਨਾਂ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਮਨ 'ਚ ਬਹੁਤ ਸਾਰੇ ਵਿਚਾਰ ਆ ਰਹੇ ਨੇ ਜੀ। ਦੋਨੋਂ ਧਿਰਾਂ ਹੁਣ ਆਮਣੇ ਸਾਹਮਣੇ ਨੇ ਤੇ ਦੋਨੋਂ ਹੀ ਧਿਰਾਂ ਚਾਹੁੰਦੀਆਂ ਨੇ ਕਿ ਅਸੀਂ ਇਸ ਲੜਾਈ ਨੂੰ ਜਿੱਤੀਏ ਤੇ ਦੋਨੋਂ ਹੀ ਤਰੀਕੇ ਨਾਲ ਦੋਨੋਂ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਜੋ ਕਰ ਰਹੇ ਹਾਂ ਉਹ ਸਹੀ ਕਰ ਰਹੇ ਹਾਂ ਤੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਕਾਨੂੰਨ ਜਿਹੜੇ ਆ ਉਹ ਠੀਕ ਨਹੀਂ ਹੈਗੇ, ਉਹ ਗਲਤ ਨੇ। ਉਹਦਾ ਜਿਹੜਾ ਖਮਿਆਜਾ ਆ ਕਿਸਾਨਾਂ ਨੂੰ ਬਾਅਦ ਵਿੱਚ ਭੁਗਤਣਾ ਪਊਗਾ। ਉਹਦੀਆਂ ਉਹ ਐਗਜ਼ਾਮਪਲ ਦਿੰਦੇ ਨੇ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਜਿੱਥੇ-ਜਿੱਥੇ ਵੀ ਇਹੋ ਜਿਹੇ ਕਾਨੂੰਨ ਆਏ ਉੱਥੇ ਜਿਹੜੀ ਕਿਸਾਨੀ ਸੀ ਉਹਨੂੰ ਬਹੁਤ ਵੱਡਾ ਨੁਕਸਾਨ ਹੋਇਆ ਤੇ ਕਾਰਪੋਰੇਟ ਦਾ ਫਾਇਦਾ ਹੋਇਆ। ਜਿੱਥੋਂ ਤੱਕ 26 ਮਾਰਚ ਦੀ ਗੱਲ ਬਿਲਗਾ ਜੀ ਨੇ ਦੱਸੀ ਆ ਕਿ ਜਦੋਂ ਤੱਕ ਅਸੀਂ ਸਮਰਾਜਵਾਦ ਦੀ ਗੱਲ ਕਰਦੇ ਹਾਂ, ਸਮਾਜਵਾਦ ਦੀ ਗੱਲ ਕਰਦੇ ਹਾਂ ਤੇ ਕਾਰਲ ਮਾਰਕਸ ਦੀ ਅਸੀਂ ਗੱਲ ਕਰਦੇ ਹਾਂ, ਮਾਰਕਸਿਜ਼ਮ ਦੀ ਗੱਲ ਕਰਦੇ ਹਾਂ ਤੇ ਉਹਨੇ ਹੋਕਾ ਹੀ ਇਸ ਗੱਲ ਦਾ ਦਿੱਤਾ ਸੀ ਕਿ ਸਾਰੀ ਦੁਨੀਆ ਦੇ ਮਜ਼ਦੂਰੋ, ਕੰਮ ਕਰਨ ਵਾਲਿਓ ਇਕੱਠੇ ਹੋ ਜਾਓ, ਇੱਕ ਹੋ ਜਾਓ। ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਨਹੀਂ ਹੋ ਪਾਏ, ਇਸੇ ਕਰਕੇ ਹੀ ਜਿਹੜਾ ਦੂਜਾ ਨਿਜ਼ਾਮ ਆ ਉਹ ਸਫਲ ਹੋਇਆ। ਤੇ ਹੁਣ ਜਦੋਂ ਅਸੀਂ ਟਰਾਂਸਪੋਰਟ ਦੀ ਗੱਲ ਕਰਦੇ ਹਾਂ, ਬਿਲਗਾ ਸਾਹਿਬ ਨੇ ਦੱਸਿਆ ਕਿ ਜਦੋਂ ਟਰਾਂਸਪੋਰਟ ਦੀ ਹੜਤਾਲ ਹੁੰਦੀ ਆ ਤੇ ਸਾਰੇ ਮੁਲਕ ਦਾ ਚੱਕਾ ਜਿਹੜਾ ਉਹ ਜਾਮ ਹੋ ਜਾਂਦਾ ਕਿਉਂਕਿ ਚੱਕੇ ਹੈ ਹੀ ਉਹਨਾਂ ਕੋਲ, ਟਾਇਰ, ਗੱਡੀਆਂ, ਟਰਾਂਸਪੋਰਟ ਜਿਹੜੀ ਆ ਉਹ ਉਹਨਾਂ ਕੋਲ ਹੀ ਨੇ ਤੇ ਕਿਉਂਕਿ ਉਹ ਯੂਨੀਅਨ 'ਚ ਵੀ ਨੇ। ਹਰ ਸ਼ਹਿਰ ਦੀ ਤੁਸੀਂ ਦੇਖਦੇ ਆ ਕਿ ਇੱਕ ਟਰੱਕ ਯੂਨੀਅਨ ਆ, ਫਿਰ ਜ਼ਿਲ੍ਹਾ ਲੈਵਲ ਤੇ ਉਹ ਵੱਖਰੀਆਂ ਨੇ, ਸਟੇਟ ਲੈਵਲ ਤੇ ਵੱਖਰੀਆਂ ਨੇ ਤੇ ਜਦੋਂ ਉਹ ਯੂਨੀਅਨਸ ਜੇ ਇਸ ਨਿਜ਼ਾਮ ਦੇ ਵਿੱਚ ਜੁੜਦੀ ਆ, ਇਸ ਅੰਦੋਲਨ ਦੇ ਵਿੱਚ ਜੁੜਦੀ ਆ ਕਿਸਾਨਾਂ ਦੇ ਨਾਲ, ਉਹਨਾਂ ਦੀ ਵੀ ਗੱਲ ਸੁਣੀ ਜਾਂਦੀ ਆ, ਸਮਝ ਲੱਗਦੀ ਆ ਕਿਉਂਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹਨਾਂ ਨੂੰ ਹਮੇਸ਼ਾ ਡੈਂਟ ਕਰਦੀਆਂ। ਜਦੋਂ ਵੀ ਤੇਲ ਦੀਆਂ ਕੀਮਤਾਂ ਵੱਧਦੀਆਂ ਉਦੋਂ ਹੀ ਟਰਾਂਸਪੋਰਟਰ ਹੜਤਾਲ ਕਰਦੇ ਰਹੇ ਨੇ ਸਮੇਂ-ਸਮੇਂ ਤੇ ਆਪਣੇ ਭਾੜੇ ਦੀ ਵੱਧ ਦੀ ਮੰਗ ਵੀ ਕਰਦੇ ਨੇ। ਕਿਤੇ ਨਾ ਕਿਤੇ ਇੱਕ ਹੋਰ ਗੱਲ ਵੀ ਆ, ਇਸ ਗੱਲ ਦੀ ਖਦਸ਼ਾ ਵੀ ਰਹੇਗਾ ਕਿਉਂਕਿ ਬਹੁਤ ਸਾਰੀਆਂ ਯੂਨੀਅਨਸ ਦੇ ਉੱਤੇ ਬਹੁਤ ਸਾਰੇ ਇਹੋ ਜਿਹੇ ਲੋਕ ਕਾਬਜ਼ ਨੇ ਜਿਹੜੇ ਸਰਕਾਰੀ ਧਿਰ ਨਾਲ ਜੁੜੇ ਹੋਏ ਨੇ, ਜਿੱਥੇ ਵੱਡੇ ਲੀਡਰ ਨੇ ਜਿਨ੍ਹਾਂ ਕੋਲ ਵੱਡੀਆਂ ਟਰਾਂਸਪੋਰਟਾਂ ਨੇ। ਹੋ ਸਕਦਾ ਹੈ ਉਹ ਇਸ ਗੱਲ ਨੂੰ ਢਾਹ ਲਾਉਣ, ਪਰ ਬਹੁਤੇ ਚਾਂਸ ਇਸ ਗੱਲ ਦੇ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਵਧੀਆਂ ਨੇ। ਜੇ ਇਹ ਲੋਕ ਇਕੱਠੇ ਹੁੰਦੇ ਨੇ ਤੇ ਇਸ ਮੋਰਚੇ ਨੂੰ ਵੱਡੀ ਜਿਹੜੀ ਆ ਉਹ ਸਫਲਤਾ ਮਿਲਣ ਦੇ ਆਸਾਰ ਬਣਨਗੇ ਕਿਉਂਕਿ ਜਿੱਦਾਂ ਇਹ ਦੱਸਿਆ ਕਿ ਜਿਹੜਾ ਨੈਸ਼ਨਲ ਮੀਡੀਆ ਆ ਉਹ ਇਸ ਗੱਲ ਨੂੰ ਪ੍ਰਚਾਰਨ ਨਹੀਂ ਕਰਦਾ ਕਿ ਪੂਰੇ ਮੁਲਕ ਦੇ ਵਿੱਚ ਉਹ ਹੈਗਾ ਤੇ ਜੇ ਟਰਾਂਸਪੋਰਟਰ ਤੇ ਬਾਕੀ ਜਿਹੜੀਆਂ ਸਾਰੀਆਂ ਕੰਮ ਕਰਨ ਵਾਲੀਆਂ ਜਥੇਬੰਦੀਆਂ, ਚਾਹੇ ਉਹ ਆੜ੍ਹਤੀ ਨੇ, ਚਾਹੇ ਉਹ ਦੁਕਾਨਦਾਰ ਨੇ, ਜੇ ਇਸ ਗੱਲ ਦੇ ਵਿੱਚ ਨਾਲ ਜੁੜਦੇ ਨੇ ਤੇ ਉਹਦਾ ਅਲਟੀਮੇਟਲੀ ਅਸਰ ਜ਼ਰੂਰ ਹੋਊਗਾ ਜੀ। ਤੇ ਇਸ ਵੇਲੇ ਕੁਝ ਅਸਰ ਬੀਜੇਪੀ ਤੇ ਹੋਣ ਵਾਲਾ ਹੈ ਕਿਉਂਕਿ ਯਸ਼ਵੰਤ ਸਿਨਹਾ ਜਿਹੜੇ ਉਹਨਾਂ ਦੇ ਦਿੱਗਜ ਆਗੂ ਕਦੀ ਮੰਨੇ ਜਾਂਦੇ ਸੀ, ਅੱਜ TMC ਦੇ ਨਾਲ ਜੁੜ ਪਏ ਨੇ। ਕੀ ਕਹੋਗੇ ਇਸ ਬਾਰੇ? ਇਹ ਬੀਜੇਪੀ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਇਹ ਉਹ ਪਹਿਲੀ ਕਤਾਰ ਦੇ ਆਗੂ ਸੀ ਜਿਨ੍ਹਾਂ ਨੇ ਜਦੋਂ ਬੀਜੇਪੀ ਦਾ ਸੁਪਨਾ ਲਿਆ ਸੀ, ਅਟਲ ਬਿਹਾਰੀ ਵਾਜਪੇਈ ਨੇ, ਮੁਰਲੀ ਮਨੋਹਰ ਜੋਸ਼ੀ ਨੇ ਤੇ ਅਡਵਾਨੀ ਜੀ ਨੇ, ਤੇ ਉਦੋਂ ਇਹ ਉਹਨਾਂ ਦੇ ਨਾਲ ਦੇ ਲੋਕ ਸੀ। ਯਸ਼ਵੰਤ ਸਿਨਹਾ, ਜਸਵੰਤ ਸਿੰਘ, ਤੁਹਾਡੇ ਸੁਸ਼ਮਾ ਸਵਰਾਜ, ਜਾਰਜ ਫਰਨਾਂਡਿਸ ਤੇ ਬੀਜੇਪੀ ਤੇ ਨਹੀਂ ਸੀ, ਉਹ ਤਾਂ ਜਨਤਾ ਦਲ ਤੋਂ ਆਏ ਸੀ। ਉਹਨਾਂ ਦੇ ਨਾਲ ਕੁਝ ਹੋਰ ਆਗੂ ਸੀ, ਹੁਣ ਆਪਾਂ ਬਹੁਤ ਸਾਰੇ ਨਾਮ ਨਹੀਂ ਲਵਾਂਗੇ। ਪ੍ਰਮੋਦ ਮਹਾਜਨ ਜਿਨ੍ਹਾਂ ਦੀ ਡੈਥ ਹੋ ਗਈ ਤੇ ਸਾਡੇ ਫਾਈਨਾਂਸ ਮਿਨਿਸਟਰ ਜਿਹੜੇ ਪਿੱਛੇ ਜਿਹੇ ਫੌਤ ਹੋਏ ਆ, ਜੇਤਲੀ ਸਾਹਿਬ। ਜਸਵੰਤ ਸਿਨਹਾ ਬਹੁਤ ਪੜ੍ਹੇ ਲਿਖੇ ਆਗੂਆਂ ਵਜੋਂ ਜਾਣੇ ਜਾਂਦੇ ਸੀ, ਹਾਲਾਂਕਿ ਉਹ ਬਿਹਾਰ ਤੋਂ ਸੀ ਪਰ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੇ ਅਟਲ ਬਿਹਾਰੀ ਵਾਜਪੇਈ ਦੇ ਟਾਈਮ ਤੇ ਉਹ ਫਾਈਨਾਂਸ ਮਿਨਿਸਟਰ ਵੀ ਰਹੇ ਤੇ ਫੋਰਨ ਮਿਨਿਸਟਰ ਵੀ ਰਹੇ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਹ ਦੋਨੋਂ ਜਿਹੜੇ ਅਹੁਦੇ ਨੇ ਉਹ ਚੰਗੇ ਪੜ੍ਹੇ ਲਿਖੇ ਤੇ ਸੂਝ-ਬੂਝ ਵਾਲੇ ਬੰਦਿਆਂ ਕੋਲ ਹੀ ਹੁੰਦੇ ਨੇ। ਵੱਡੀਆਂ ਪੋਸਟਾਂ ਨੇ, ਫਾਈਨਾਂਸ ਮਿਨਿਸਟਰ ਹੋਣਾ ਵੀ ਤੇ ਫੋਰਨ ਮਿਨਿਸਟਰ ਹੋਣਾ ਵੀ। ਪਿਛਲੇ ਦਿਨੀ ਉਹਨਾਂ ਦਾ ਜਿਹੜਾ, ਜਿੱਦਾਂ ਮੈਂ ਦੱਸਿਆ ਕਿ ਉਹ ਪਹਿਲੀ ਕਤਾਰ ਦੇ ਆਗੂ ਸੀ, ਉਹਨਾਂ ਦਾ ਜਿਹੜੀ ਬੀਜੇਪੀ ਦੀ ਹੁਣ ਦੀ ਜਨਰੇਸ਼ਨ ਹੈ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਸੀ ਸੱਠ-ਗਾਠ ਜਿਹੜੀ ਨਹੀਂ ਰਲਦੀ ਸੀ, ਆਪਸ ਦੇ ਵਿੱਚ ਮੈਚਿੰਗ ਨਹੀਂ ਸੀ ਤੇ ਉਹਨਾਂ ਨੇ ਇਸ ਚੀਜ਼ ਤੋਂ ਤਲਾਂਜਲੀ ਲੈ ਲਈ ਸੀ। ਮੋਦੀ ਸਰਕਾਰ ਦੀ ਪਹਿਲੀ ਟਰਮ ਦੇ ਵਿੱਚ ਉਹ ਬਹੁਤ ਗੱਲਾਂ ਤੇ ਇਹਨਾਂ ਦੇ ਖਿਲਾਫ ਬਹੁਤ ਖੁੱਲ੍ਹ ਕੇ ਬੋਲਦੇ ਰਹੇ। ਹਾਲਾਂਕਿ ਉਹਨਾਂ ਦੇ ਆਪਣੇ ਬੇਟੇ MP ਰਹੇ ਸੀ ਉਸੇ ਸਰਕਾਰ ਦੇ ਵਿੱਚ, ਪਰ ਉਹਨਾਂ ਨੇ ਬਹੁਤ ਬੇਬਾਕੀ ਨਾਲ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਸੀ। ਇਹ ਉਹ ਲੋਕ ਸੀ ਜਿਹੜੇ ਸ਼ਤਰੂਘਨ ਸਿਨਹਾ ਵਰਗੇ ਸਮਝੇ ਜਾਂਦੇ ਸੀ ਕਿ ਬਿਹਾਰ ਦੇ ਵਿੱਚ ਸ਼ਤਰੂਘਨ ਸਿਨਹਾ ਤੇ ਇੱਧਰੋਂ ਯਸ਼ਵੰਤ ਸਿਨਹਾ, ਜਸਵੰਤ ਸਿੰਘ, ਕੁਝ ਇਹੋ ਜਿਹੇ ਲੋਕਾਂ 'ਚ ਇਹਨਾਂ ਦੀ ਗਿਣਤੀ ਸੀ ਜਿਹੜੇ ਇਸ ਸਰਕਾਰ ਨੂੰ ਖਿਲਾਫ ਬੋਲਦੇ ਸੀ ਤੇ ਇਸ ਸਰਕਾਰ ਨੂੰ ਉਹਨਾਂ ਦੀਆਂ ਕ੍ਰਿਤੀਆਂ ਦੇ ਜਿਹੜਾ ਸ਼ੀਸ਼ਾ ਸੀ ਉਹ ਪਾਰਟੀ 'ਚ ਰਹਿ ਕੇ ਦਿਖਾਉਂਦੇ ਸੀ। ਫਿਰ ਉਹਨਾਂ ਨੇ ਐਕਟਿਵ ਪੋਲਿਟਿਕਸ ਨੂੰ ਛੱਡ ਦਿੱਤਾ ਸੀ, ਉਮਰ ਵੀ ਉਹਦੇ ਵਿੱਚ ਇੱਕ ਤਕਾਜ਼ਾ ਸੀ ਤੇ ਉਹ ਦੂਸਰੇ ਗੱਲ ਇਹ ਵੀ ਸੀ ਕਿ ਉਹਨਾਂ ਦੀ ਉਹਨਾਂ ਦੇ ਨਾਲ ਜਿਹੜੀ ਸੀ ਬੈਠਕ ਜਿਹੜੀ ਰਲਦੀ ਨਹੀਂ ਸੀ। ਹੁਣ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਕਿਉਂਕਿ ਭਾਰਤ ਦੇ ਜਿਹੜੇ ਹਾਲਾਤ ਨੇ ਰਾਜਨੀਤੀ ਤੌਰ ਤੇ ਬਿਲਕੁਲ ਬਦਲ ਰਹੇ ਨੇ, ਗਿਰਾਵਟ ਜਿਹੜੀ ਆ ਬਹੁਤ ਜ਼ਿਆਦਾ ਆ ਤੇ ਉਹਨਾਂ ਨੇ ਇਸ ਕਰਕੇ ਹੀ ਮਮਤਾ ਬੈਨਰਜੀ ਦੀ ਪਾਰਟੀ ਨੂੰ ਜੁਆਇਨ ਕੀਤਾ
ਜਿੱਦਾਂ ਮੈਂ ਦੱਸਾਂ ਕਿ ਉਹਨਾਂ ਨੇ ਅਨਮੇਡ ਇੰਡੀਆ ਤੇ ਆਪਣੀ ਉਹਨਾਂ ਨੇ ਬਾਇਓਗ੍ਰਾਫੀ ਲਿਖੀ ਹੈ, ਰਿਲੈਂਟਲੈਸ, ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ। ਇੰਡੀਆ ਦੇ ਇਨਡਾਇਰੈਕਟ ਟੈਕਸਸ ਬਾਰੇ ਉਹਨਾਂ ਨੇ ਬੜੀ ਅੱਛੀ ਕਿਤਾਬ ਲਿਖੀ ਹੈ। ਬੜੇ ਚੰਗੇ ਤੇ ਸੂਝਵਾਨ ਨੇਤਾ ਮੰਨੇ ਜਾਂਦੇ ਨੇ। ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਉੱਥੇ ਇਲੈਕਸ਼ਨ ਲੜਨੀ ਆ। ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰਦਾ ਹੁੰਦਾ ਕਿ ਰਾਹੁਲ ਗਾਂਧੀ ਨੇ ਜਦੋਂ ਪਾਰਟੀ ਦੀ ਬਾਗਡੋਰ ਸੰਭਾਲੀ ਸੀ ਤੇ ਉਹਨਾਂ ਨੇ ਇੱਕ ਪਲਾਨ ਬਣਾਇਆ ਸੀ ਕਿ 60 ਸਾਲ ਜਾਂ 65 ਸਾਲ ਇਹਨਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ ਰੱਖੀ ਜਾਵੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹਨਾਂ ਬੰਦਿਆਂ ਨੂੰ ਅਸੀਂ ਜਿਹੜੇ ਨਹੀਂ ਏਜ ਤੇ ਰਹਿਣਗੇ ਉਹਨਾਂ ਨੂੰ ਅਸੀਂ ਪਾਰਟੀ ਚੋਂ ਨਹੀਂ ਕੱਢਦੇ, ਪਰ ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਰਹਿਣ, ਅਗਵਾਈ ਕਰਦੇ ਰਹਿਣ, ਗਾਈਡਲਾਈਨਸ ਦਿੰਦੇ ਰਹਿਣ, ਪਰ ਇਹ ਇਲੈਕਸ਼ਨ ਨਾ ਲੜਨ। ਤੇ ਹੋ ਸਕਦਾ ਆ ਕਿ ਜੇ ਕੁਝ ਇਹੋ ਜਿਹੇ ਚੰਗੇ ਲੋਕ ਮਮਤਾ ਬੈਨਰਜੀ ਨਾਲ ਜਾਂ ਕਿਸੇ ਵੀ ਪਲੇਟਫਾਰਮ ਤੇ ਜੇ ਇਕੱਠੇ ਹੁੰਦੇ ਆ ਤੇ ਮੁਲਕ ਦੇ ਲਈ ਕੁਝ ਚੰਗਾ ਸੋਚ ਸਕਣ, ਕਿਉਂਕਿ ਉਹਨਾਂ ਕੋਲ ਇੱਕ ਲੰਬਾ ਤਜਰਬਾ। ਜੀ, ਤੇ ਯਸ਼ਵੰਤ ਸਿਨਹਾ ਤੋਂ ਬਾਅਦ ਹੁਣ ਅਸੀਂ ਜੇ ਪੰਜਾਬ ਵੱਲ ਆਈਏ, ਕਿਸਾਨੀ ਘੋਲ ਦੇ ਦੌਰਾਨ ਨਵੇਂ ਫਰਮਾਨ ਕੇਂਦਰ ਵੱਲੋਂ ਏਜੰਸੀਆਂ ਦੇ ਥਰੂ ਲਾਗੂ ਕਰਵਾਉਣ ਦੀ ਕੋਸ਼ਿਸ਼, ਤੇ ਪੰਜਾਬ ਸਰਕਾਰ ਦੀ ਇੱਕ ਵਾਰੀ ਹਾਮੀ ਭਰ ਦੇਣਾ ਤੇ ਦੂਜੀ ਵਾਰੀ ਨਾ ਕਰ ਦੇਣਾ। ਕਣਕ ਸੀਜ਼ਨ ਆ ਰਿਹਾ, ਖਰੀਦ ਦਾ ਸੀਜ਼ਨ ਹੈ, ਆੜਤੀ ਜਥੇਬੰਦੀਆਂ ਨਾਰਾਜ਼ ਨੇ, ਉਧਰੋਂ ਮੰਡੀਆਂ ਬੰਦ ਕਰਨ ਦਾ ਐਲਾਨ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਸਿਰਦਰਦੀ ਕਿੰਨੀ ਕੁ ਵਧਣ ਵਾਲੀ ਹੈ? ਪਰਮਿੰਦਰ ਜੀ, ਕਣਕ ਦੀ ਖਰੀਦ ਹੋਣ ਦੇ ਵਿੱਚ ਬਹੁਤ ਥੋੜ੍ਹੇ ਦਿਨ ਬਚੇ ਆ ਜੀ। ਬਹੁਤ ਥੋੜ੍ਹੇ ਦਿਨ ਬਚੇ ਹੋਣ ਕਾਰਨ ਜਿਹੜਾ ਇੱਕ ਇਹ FCI ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਫਰਮਾਨ ਕੀਤਾ ਗਿਆ ਆ ਕਿ ਜਿਹੜੀ ਡਾਇਰੈਕਟ ਪੇਮੈਂਟ ਜਿਹੜੀ ਆ ਆੜ੍ਹਤੀਆਂ ਨੂੰ ਬਾਹਰ ਕੱਢ ਕੇ ਇਸ ਵੇਲੇ ਕਿਸਾਨਾਂ ਦੇ ਹੱਕ 'ਚ ਪਾਈ ਜਾਣੀ ਹੈ, ਖਾਤਿਆਂ 'ਚ ਪਾਈ ਜਾਣੀ ਆ। ਪਰ ਜਿਹੜੀ ਉਹਦਾ ਪ੍ਰੋਸੀਜਰ ਆ, ਇੱਕ ਤਾਂ ਟੂ ਸ਼ਾਰਟ ਆ, ਕਿਉਂਕਿ ਸਾਡਾ ਜਿਹੜਾ ਕਿਸਾਨੀ ਖਿੱਤਾ ਆ ਇਹ ਸਾਡੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਵਿਦੇਸ਼ਾਂ 'ਚ ਵਿੱਚ ਬੈਠੇ ਆ, ਜਾਂ ਜਿਹੜੇ ਆਫਿਸਰ ਲਾਈਨ 'ਚ ਚਲੇ ਗਏ, ਆਪਣੀਆਂ ਨੌਕਰੀਆਂ 'ਚ ਚਲੇ ਗਏ, ਉਹ ਆਪਣੀ ਪਿੰਡ ਦੀ ਜਿਹੜੀ ਜ਼ਮੀਨ ਆ ਉਹ ਆਪਣੇ ਕਿਸੇ ਨਾ ਕਿਸੇ ਭਾਈਚਾਰੇ ਦੇ ਵਿੱਚ ਕੋਈ ਠੇਕੇ ਤੇ, ਕੋਈ ਪੱਟੇ ਤੇ, ਕੋਈ ਸਾਂਝ ਭਿਆਲੀ ਤੇ ਦੇ ਕੇ ਤੇ ਉਹ ਆਪਣੇ ਸ਼ਹਿਰਾਂ 'ਚ ਰਹਿ ਰਹੇ ਆ। ਹੁਣ ਖੇਤੀ ਜਿਹੜਾ ਕਰ ਰਿਹਾ ਉਹ ਕਿਸਾਨ ਆ, ਉਹ ਕਿਸਾਨ ਆਪਣਾ 1 ਸਾਲ ਦਾ ਠੇਕਾ ਜਿਹੜਾ ਆ ਉਹ NRI ਨੂੰ ਜਾਂ ਜਿਹੜਾ ਮਾਲਕ ਆ ਉਹਨੂੰ ਪਹਿਲਾਂ ਦੇ ਦਿੰਦਾ ਹੈ, ਤੇ ਉਹ ਉਸ ਤੋਂ ਬਾਅਦ ਜਿਹੜਾ ਆਪਾਂ ਦੇਖਦੇ ਹਾਂ ਕਿ ਉਹ ਪੈਸਾ ਇਸ ਵੇਲੇ NRI ਦੇ ਖਾਤੇ ਚਲ ਜਾਣਾ। ਉਹ NRI ਦੇ ਖਾਤੇ ਤੋਂ ਪੈਸਾ ਦੁਬਾਰਾ ਕਿਸਾਨ ਨੂੰ ਕਿੱਦਾਂ ਜਾਵੇਗਾ? ਕੀ ਉਹ ਕਿਸਾਨ ਦੇ ਆਪਸ ਵਿੱਚ ਹੀ ਉਹ NRI ਦੇ ਨਾਲ ਸੁਖਾਵੇਂ ਸੰਬੰਧ ਰਹਿਣਗੇ? ਉਹ ਵਾਪਸ ਕਿੰਨੇ ਚਿਰ ਬਾਅਦ ਕਰੇਗਾ? ਸਭ ਨੂੰ ਵੱਡੀ ਇਸ ਵੇਲੇ ਜਿੱਦਾਂ ਕੋਵਿਡ ਦੀ ਚੱਲ ਰਹੀ ਗੱਲਬਾਤ, ਤੇ NRI ਪਿਛਲੇ 1.5 ਸਾਲ ਤੋਂ ਸਟਕ ਹੋਏ ਆ, ਉਹ ਭਾਰਤ ਆ ਨਹੀਂ ਸਕਦੇ। ਜਿੰਨਾ ਚਿਰ ਉਹ ਪੰਜਾਬ ਨਹੀਂ ਆਣਗੇ ਤੇ ਉਹ ਜਿਹੜਾ ਆਪਣਾ ਪੈਸਾ ਕਢਾ ਕੇ ਕਿੱਦਾਂ ਕਿਸਾਨ ਨੂੰ ਦੇਣਗੇ? ਕਿਸਾਨ ਨੇ ਦੁਬਾਰਾ ਫਸਲ ਵੀ ਬੀਜਣੀ ਆ। ਬਿਲਕੁਲ ਜੀ, ਤੁਹਾਨੂੰ ਵਿੱਚੋਂ ਰੋਕ ਰਹੀ ਹੈ, ਮਾਫੀ ਚਾਹਾਂਗੀ। ਵੇਲਾ ਹੈ ਪ੍ਰੋਗਰਾਮ 'ਚ ਬ੍ਰੇਕ ਦਾ, ਸੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਬਲਗਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਜਿਸ ਮੁੱਦੇ ਤੇ ਗੱਲ ਕਰ ਰਹੇ ਸੀ ਉਹ ਸੀ ਕਿ ਪੰਜਾਬ ਸਰਕਾਰ ਤੇ ਕਿਸਾਨ ਖਰੀਦ ਸੀਜ਼ਨ ਦਰਮਿਆਨ ਮੁਸ਼ਕਲਾਂ ਨੇ, ਤੇ ਹੋਰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਸਰਕਾਰ ਨੂੰ ਤੇ ਕਿਸਾਨਾਂ ਨੂੰ ਫਸਲ ਵੇਚਣ ਵੇਲੇ? ਪਰਮਿੰਦਰ ਜੀ, ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਹਰ ਵੇਲੇ ਖੜੀਆਂ ਰਹਿੰਦੀਆਂ। ਇਹਦੇ ਵਿੱਚ ਸਭ ਨੂੰ ਵੱਡੀ ਜਿਹੜੀ ਇਸ ਵੇਲੇ ਪੰਜਾਬ ਸਰਕਾਰ ਨੂੰ ਜਿਹੜੀ ਲਿਮਟ ਮਿਲਣੀ ਆ ਸੈਂਟਰ ਗੌਰਮੈਂਟ ਵੱਲੋਂ, ਉਹਦੇ ਵਿੱਚ ਵੀ ਦਿੱਕਤ ਆ ਰਹੀ ਆ। ਉਸ ਤੋਂ ਬਾਅਦ ਜਿਹੜਾ ਇਹ ਰਿਕਾਰਡ ਮੇਨਟੇਨ ਕਰਕੇ ਇਸ ਵੇਲੇ ਅਪਲੋਡ ਕਰਨ ਦਾ ਸਮਾਂ ਬੜਾ ਘੱਟ ਆ, ਕਿਉਂਕਿ ਕੁਝ ਦਿਨਾਂ ਤੱਕ ਹੀ ਇਹ ਸਾਰੀ ਖਰੀਦ ਸ਼ੁਰੂ ਹੋਣ ਦੇ ਹੈਗਾ। ਉਸ ਤੋਂ ਬਾਅਦ ਸਭ ਨੂੰ ਵੱਡੀ ਸਮੱਸਿਆ ਜਿਹੜੀ ਉਹ ਬਾਰਦਾਨੇ ਦੀ, 1.41 ਲੱਖ ਮੀਟ੍ਰਿਕ ਟਨ ਜਿਹੜਾ ਬਾਰਦਾਨਾ ਚਾਹੀਦਾ ਹੈ, ਉਹ ਬਾਰਦਾਨਾ ਇਸ ਵੇਲੇ ਪਿੱਛੋਂ ਸਰਕਾਰ ਦਾ ਜਿਹੜਾ ਆ ਉਹਦੇ ਵਿੱਚ ਬੜੀ ਢਿੱਲ ਆ ਹਜੇ ਆਉਣ ਦੇ ਵਿੱਚ। ਉਹਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਦੇਖੀਏ ਕਿ ਪਿਛਲੇ ਸਮੇਂ ਦਾ ਜਿਹੜਾ ਅਨਾਜ ਪਿਆ ਆ, 6.73 ਅਨਾਜ ਜਿਹੜਾ ਇਸ ਵੇਲੇ ਗੋਦਾਮਾਂ 'ਚ ਪਿਆ ਆ। ਭਾਰਤ ਸਰਕਾਰ ਕੋਲ ਸਾਰੀ ਸਪੇਸ ਇਸ ਵੇਲੇ 13 ਕੁਛ ਮੀਟ੍ਰਿਕ ਟਨ ਦੀ ਇਸ ਵੇਲੇ ਹੈਗੀ ਆ। ਤੇ ਸਭ ਨੂੰ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੀ ਪਿਛਲੀ ਵਾਰੀ ਜਿਹੜੀ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਹੋਈ ਸੀਗੀ ਉਹ 27.25 ਲੱਖ ਮੀਟ੍ਰਿਕ ਟਨ ਦੀ ਹੋਈ ਸੀਗੀ, ਤੇ ਇਸ ਵੇਲੇ 132 ਮੀਟ੍ਰਿਕ ਟਨ ਦੇ ਆਉਣ ਦੀ ਅਸਾਰ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮਾਂ ਦੇ ਵਿੱਚ ਕਿਸਾਨਾਂ ਨੂੰ ਵੀ ਪਰੇਸ਼ਾਨ ਕਰਨਗੀਆਂ, ਪੰਜਾਬ ਸਰਕਾਰ ਨੂੰ ਵੀ ਪਰੇਸ਼ਾਨ ਕਰਨਗੀਆਂ, ਤੇ ਖਾਸ ਕਰਕੇ ਆੜ੍ਹਤੀਆ ਵਰਗ ਨੂੰ ਵੀ ਪਰੇਸ਼ਾਨ ਕਰਨਗੀਆਂ। ਆੜ੍ਹਤੀਆ ਵਰਗ ਨੇ ਪਹਿਲਾਂ ਹੀ ਸੰਘਰਸ਼ ਤੇਜ਼ ਕਰ ਦਿੱਤਾ ਆ ਕਿ ਜਿਹੜਾ ਤੁਸੀਂ ਜ਼ਿਮੀਂਦਾਰਾਂ ਦੇ ਖਾਤੇ ਵਿੱਚ ਡਾਇਰੈਕਟ ਪੈਸਾ ਟਰਾਂਸਫਰ ਕਰ ਰਹੇ ਆ, ਉਹਦੇ ਨਾਲ ਜਿਹੜਾ ਸਾਡਾ ਵਿੱਤੀ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ, ਕਿਉਂਕਿ ਕਿਸਾਨਾਂ ਨੇ ਤਾਂ ਤਕਰੀਬਨ 70-80% ਦੀ ਫਸਲ ਦਾ ਜਿਹੜਾ ਪੈਸਾ ਹੁੰਦਾ ਆ ਉਹ ਪਹਿਲਾਂ ਹੀ ਆਪਣੀਆਂ ਲੋੜਾਂ ਮੁਤਾਬਕ ਆੜ੍ਹਤੀਏ ਤੋਂ ਲਿਆ ਹੁੰਦਾ ਆ। ਇਹ ਚੀਜ਼ ਵੀ ਦੇਖਣੀ ਪਊਗੀ ਵੀ ਜਦੋਂ ਡਾਇਰੈਕਟ ਪੈਸਾ ਕਿਸਾਨ ਦੇ ਖਾਤੇ 'ਚ ਆ ਜਾਂਦਾ ਆ ਤੇ ਕੀ ਕਿਸਾਨ ਦੁਬਾਰਾ ਆੜ੍ਹਤੀਏ ਕੋਲ ਉਹਦਾ ਪੈਸਾ ਵਾਪਸ ਕਰਨ ਜਾਊਗਾ? ਕਿਉਂਕਿ ਆੜ੍ਹਤੀਏ ਦੀ ਤਾਂ ਬਿਲਕੁਲ ਛੁੱਟੀ ਹੋ ਗਈ ਇਸ ਕੰਮ ਦੇ ਵਿੱਚੋਂ। ਇਹ ਸਾਰੀਆਂ ਗੱਲਾਂ ਹੈਗੀਆਂ, ਚਾਹੇ ਬਾਰਦਾਨੇ ਦੀ ਸਮੱਸਿਆ,
ਚਾਹੇ ਡਾਇਰੈਕਟ ਪੇਮੈਂਟ ਜਿਹੜੀ ਆ ਭੇਜੀ ਜਾ ਰਹੀ ਖਾਤਿਆਂ ਵਿੱਚ, ਉਹਦੀਆਂ ਵੱਡੀਆਂ ਸਮੱਸਿਆਵਾਂ। ਉਸ ਤੋਂ ਬਾਅਦ ਬਾਰਦਾਨੇ ਤੋਂ ਲਾ ਲਓ ਵੀ ਆੜ੍ਹਤੀਆਂ ਦਾ ਜਿਹੜਾ ਵਿੱਚੋਂ ਬਾਹਰ ਨਿਕਲ ਜਾਣਾ, ਤੇ ਜਿਹੜੀ ਸੀਸੀ ਲਿਮਟ ਬਣਦੀ ਪੰਜਾਬ ਸਰਕਾਰ ਦੀ, ਉਹਦਾ ਵਿੱਚ ਵੀ ਜਿਹੀਆਂ ਖੜੋਤਾਂ ਆਈਆਂ ਹੋਈਆਂ ਆ, ਉਹਦੇ ਮੁਤਾਬਕ ਜਿੰਨਾ ਸਟਾਕ ਪਿਆ ਆ ਤੇ ਇਸ ਵੇਲੇ ਪੰਜਾਬ ਸਰਕਾਰ ਨੂੰ ਲਿਮਟ ਲੈਣ ਵਿੱਚ ਵੀ ਦਿੱਕਤ ਆ ਰਹੀ ਆ। ਇਹ ਸਾਰੀਆਂ ਦਿੱਕਤਾਂ ਨੂੰ ਜੇ ਮਿਲਾ ਕੇ ਦੇਖਿਆ ਜਾਵੇ ਜਾਂ ਇਹਦੇ ਵਿੱਚ ਕਿਸ ਤਰ੍ਹਾਂ ਦੀ ਸੈਂਟਰ ਸਰਕਾਰ ਵੱਲੋਂ FCI ਵੱਲੋਂ ਇਹ ਭਰ ਟੀਕੇ ਇਸ ਕਰਕੇ ਵੀ ਲਾਏ ਜਾ ਰਹੇ ਆ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਆ, ਭਾਰਤ ਪੱਧਰ ਤੇ ਇਹਦੀ ਬਦਨਾਮੀ ਹੋਈ ਆ। ਉਸ ਤੋਂ ਬਾਅਦ ਦੁਨੀਆ ਪੱਧਰ ਤੇ ਵੀ BJP ਸਰਕਾਰ ਦੀ ਜਾਂ ਭਾਰਤ ਸਰਕਾਰ ਦੀ ਇਹ ਕਿਸਾਨੀ ਅੰਦੋਲਨ ਨੇ ਕਿਰਕਿਰੀ ਕਰਵਾਈ ਆ। ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਕਿ ਕੇਂਦਰ ਸਰਕਾਰ ਇਸ ਵੇਲੇ ਕਿਸਾਨਾਂ ਨੂੰ, ਆੜ੍ਹਤੀਆਂ ਨੂੰ, ਕਿਉਂਕਿ ਆੜ੍ਹਤੀਆਂ ਨੇ ਵੀ ਸਮਰਥਨ ਕਿਸਾਨਾਂ ਦਾ ਕੀਤਾ, ਚਾਹੇ ਲੁਕਮਾ ਕੀਤਾ ਚਾਹੇ ਜ਼ਾਹਰ ਹੋ ਕੇ ਕੀਤਾ, ਪਰ ਕਿਤੇ ਨਾ ਕਿਤੇ ਇਹ ਜਿਹੜੀ ਆੜ੍ਹਤੀਆਂ ਦੀ ਕਿਸਾਨਾਂ ਨੂੰ ਹਮਾਇਤ ਸੀਗੀ, ਤੇ ਹੁਣ ਆੜ੍ਹਤੀਆਂ ਦੀ ਵੀ ਚੂੜੀ ਟੈਟ ਕੀਤੀ ਜਾ ਰਹੀ ਆ, ਪੰਜਾਬ ਸਰਕਾਰ ਦੀ ਵੀ ਚੂੜੀ ਟੈਟ ਕੀਤੀ ਜਾ ਰਹੀ ਆ, ਤੇ ਕਿਸਾਨਾਂ ਦੇ ਨਾਲ ਤਾਂ ਪਹਿਲਾਂ ਹੀ 1-2 ਸਰਕਾਰ ਹੋ ਰਹੀ ਆ। ਆਉਣ ਵਾਲੇ ਜਿਹੜਾ ਸੀਜ਼ਨ ਆ ਇਹ ਕਿਸਾਨੀ ਲਈ, ਆੜ੍ਹਤੀਆਂ ਲਈ, ਪੰਜਾਬ ਸਰਕਾਰ ਲਈ ਇੱਕ ਇਮਤਿਹਾਨ ਦੀ ਘੜੀ ਆ, ਤੇ ਹੁਣ ਇਮਤਿਹਾਨ ਦੇ ਵਿੱਚ ਇਹ ਸਾਰੇ ਰਲ ਕੇ ਕਿੱਦਾਂ ਪਾਸ ਹੁੰਦੇ ਆ ਇਹ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਊਗਾ। ਤੇ ਅੰਮ੍ਰਿਤ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਕਹਿਣਾ ਚਾਹ ਰਹੇ ਇਸ ਵਿਸ਼ੇ ਤੇ। ਬਿਲਕੁਲ ਜੀ, ਗੱਲਾਂ ਹੀ ਆ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰ ਵੱਡੀ ਜਿਹੜੀ ਗੱਲ ਆ ਬਿਲਗਾ ਸਾਹਿਬ ਨੇ ਦੱਸੀ ਹੈ ਕਿ ਸਾਰਿਆਂ ਲਈ ਹੀ ਮੁਸ਼ਕਲ ਦੀ ਘੜੀ ਆ। ਪੰਜਾਬ ਸਰਕਾਰ ਲਈ ਸਭ ਤੋਂ ਵੱਡੀ ਮੁਸ਼ਕਲ ਦੀ ਘੜੀ ਇਹ ਆ ਕਿ ਇਲੈਕਸ਼ਨ ਹੋਰ ਵੀ ਨੇੜੇ ਨੇ। ਇਸ ਕਣਕ ਤੋਂ ਬਾਅਦ ਉਹਨਾਂ ਨੇ ਝੋਨਾ ਚੱਕਣਾ ਆ, ਅਗਲੀ ਫਸਲ ਜਿਹੜੀ ਆ, ਤੇ ਉਸ ਤੋਂ ਬਾਅਦ ਇਲੈਕਸ਼ਨ ਆ ਜਾਣੀ ਆ। ਤੇ ਕਾਂਗਰਸ ਸਰਕਾਰ ਹਮੇਸ਼ਾ ਆਪਣੀ ਪਿੱਠ ਥਾਪੜਦੀ ਰਹੀ ਆ ਵੀ ਅਸੀਂ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਟਾਈਮ ਤੇ ਚੱਕਦੇ ਰਹੇ ਆ, ਤੇ ਅਸੀਂ ਕਦੀ ਕਿਸਾਨਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਤੇ ਇਸ ਵਾਰ ਉਹ ਇਸ ਸਮੱਸਿਆ ਤੋਂ ਕਿੱਦਾਂ ਨਿਜਾਤ ਪਾਉਣਗੇ, ਕਿਉਂਕਿ ਸੈਂਟਰ ਸਟੇਟ ਜਿਹੜੇ ਰਿਲੇਸ਼ਨਸ ਨੇ, ਇੱਥੇ ਸਰਕਾਰ ਹੋਰ ਪਾਰਟੀ ਦੀ ਆ ਤੇ ਉੱਥੇ ਸਰਕਾਰ ਹੋਰ ਪਾਰਟੀ ਦੀ ਆ, ਤੇ ਉਸ ਲਈ ਜਿਹੜੀਆਂ ਸਮੱਸਿਆਵਾਂ ਆਉਣਗੀਆਂ। ਸਿੱਧੀ ਅਦਾਇਗੀ ਜਿਹੜੀ ਆ ਉਹ ਕਹਿਣ ਨੂੰ ਤੇ ਬਹੁਤ ਸੋਹਣੀ ਲੱਗਦੀ ਆ ਕਿ ਕਿਸਾਨ ਮੰਡੀ 'ਚ ਲੈ ਕੇ ਜਾਊਗਾ, ਖਰੀਦ ਏਜੰਸੀ ਉਹਦੀ ਖਰੀਦ ਕਰ ਲਊਗੀ ਤੇ ਪੈਸੇ ਉਹਦੇ ਖਾਤੇ 'ਚ ਸਿੱਧੇ ਆ ਜਾਣਗੇ। ਉਹ ਇੰਨਾ ਸੌਖਾ ਹੈ ਨਹੀਂ। ਉਹਦੇ ਬਾਰੇ ਤਾਂ ਬਿਲਗਾ ਜੀ ਨੇ ਦੱਸਿਆ। ਉਸ ਤੋਂ ਇਲਾਵਾ ਮੰਡੀ ਬੋਰਡ ਦੇ ਜਿਹੜੇ ਬਹੁਤ ਸਾਰੇ ਮੁਲਾਜ਼ਮ ਆ ਪਰਮਿੰਦਰ ਜੀ, ਉਹ 50 ਤੋਂ ਜ਼ਿਆਦਾ ਮੁਲਾਜ਼ਮ ਕੋਵਿਡ ਨਾਲ ਪੋਜ਼ਿਟਿਵ ਪਏ ਨੇ ਪੰਜਾਬ ਮੰਡੀ ਬੋਰਡ ਦੇ, ਤੇ ਦਫ਼ਤਰ ਜਿਹੜਾ ਉਹ ਬੰਦ ਆ। 15 ਤੋਂ ਬਾਅਦ ਦਫ਼ਤਰ ਦੇ ਖੁੱਲਣ ਦੇ ਆਸਾਰ ਨੇ। 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨੀ ਹੈ। ਖਰੀਦ ਪਾਲਿਸੀ ਆਲਮੋਸਟ ਫਰਵਰੀ 'ਚ ਰਿਲੀਜ਼ ਹੋ ਜਾਂਦੀ ਸੀ, ਮਾਰਚ ਤੱਕ ਵੀ ਰਿਲੀਜ਼ ਨਹੀਂ ਹੋਈ। ਕਿਸਾਨ ਅੰਦੋਲਨ ਉਹਦੇ ਤੇ ਦੋਨਾਂ ਪਾਰਟੀਆਂ ਲਈ ਵੱਡਾ ਹਊਆ ਬਣ ਕੇ ਬੈਠਾ ਹੋਇਆ। ਚਾਹੇ ਕਾਂਗਰਸ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਮਦਦ ਕੀਤੀ ਆ ਅੰਦੋਲਨ ਦੇ ਵਿੱਚ, ਪਰ ਫਿਰ ਵੀ ਜਿਹੜੀ ਫਸਲ ਆ ਜੇ ਉਹਦੇ ਵਿੱਚ ਚੱਕਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਵੱਡੀ ਸਮੱਸਿਆ ਬਣ ਕੇ ਉੱਭਰੂਗੀ, ਕਿਉਂਕਿ ਮੋਹਰੇ ਵੋਟਾਂ ਵੀ ਤੇ ਲੈਣੀਆਂ ਨੇ। ਉਹਦੇ ਨਾਲ ਇੱਕ ਹੋਰ ਜਿਹੜੀ ਵੱਡੀ ਸਮੱਸਿਆ ਉਹ ਸਾਡੇ ਸਾਰੇ ਮੁਲਕ ਦੀ ਹੀ ਸਮੱਸਿਆ ਹੈ। ਉਹਦੇ ਲਈ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਸਰਕਾਰ ਨੇ ਕੁਝ ਗੋਦਾਮ ਬਣਾਏ ਜ਼ਰੂਰ ਨੇ, ਪਰ ਉੱਥੇ ਵੀ ਜਿਹੜੀ ਲੁੱਟ ਆ ਉਹ ਪ੍ਰਾਈਵੇਟ ਸੈਕਟਰ ਜਿਹੜਾ ਉਹ ਕਰੀ ਜਾਂਦਾ, ਤੇ ਸਰਕਾਰ ਨੂੰ ਉਹਦੇ ਲਈ ਨੁਕਸਾਨ ਝੱਲਣਾ ਪੈਂਦਾ। ਜੇ ਅਸੀਂ ਲੱਖਾਂ ਮੀਟਰਿਕ ਟਨ ਅਸੀਂ ਅਨਾਜ ਉਪਜਾਉਂਦੇ ਆ, ਤੇ 47 ਤੋਂ ਲੈ ਕੇ ਹੁਣ ਤੱਕ ਅਸੀਂ ਸਾਲ ਤੇ ਗਿਣ ਲੈਂਦੇ ਆ ਕਿ 70 ਹੋ ਗਿਆ ਕਿ 75 ਹੋ ਗਿਆ, ਪਰ ਅਸੀਂ ਉਹਨੇ ਸਟੋਰ ਜਿਹੜੇ ਆ, ਉਹਨੇ ਗੋਦਾਮ ਜਿਹੜੇ ਆ ਉਸ ਫਸਲ ਦੇ ਰੱਖ ਰਖਾਵ ਲਈ ਨਹੀਂ ਬਣਾ ਸਕੇ। ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਊਗਾ ਕਿ ਜਿਹੜੀ ਫਸਲ ਦੀ ਖਰੀਦ ਆ ਉਹ ਕਿਵੇਂ ਹੁੰਦੀ ਆ। ਮੁਸ਼ਕਲ ਜ਼ਰੂਰ ਆ। ਤੇ ਅੰਮ੍ਰਿਤ ਜੀ, ਤੁਹਾਡੇ ਵੱਲ ਹੀ ਵਾਪਸ ਆਉਂਦੇ ਆ। ਜੀਓ ਦਾ ਪੰਜਾਬ ਦੇ ਵਿੱਚ ਵੱਡਾ ਬਾਈਕਾਟ ਹੋ ਰਿਹਾ ਜੀ, ਤੇ ਪੰਜਾਬ ਸਰਕਾਰ ਜੀਓ ਨਾਲ ਸਮਝੌਤਾ ਕਰ ਰਹੀ ਹੈ। ਪਾਵਰਕਾਮ ਦੇ ਮੁਲਾਜ਼ਮਾਂ ਨੂੰ ਘੱਟ ਖਰਚੇ ਦੇ ਵਿੱਚ ਸਿਮ ਮੁਹੱਈਆ ਕਰਵਾਉਣ ਦੀ ਤਿਆਰੀ ਪੂਰੀ ਹੈ, ਤੇ ਮੁਲਾਜ਼ਮ ਨਾ ਕਰੀ ਜਾਂਦੇ ਆ। ਇਹ ਸਾਰਾ ਮਸਲਾ ਜ਼ਰਾ ਖੁੱਲ ਕੇ ਸਮਝਾ ਦਿਓ। ਦੇਖੋ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਜੀਓ ਦਾ ਵਿਰੋਧ ਹੋ ਰਿਹਾ, ਉਹ ਇਦਾਂ ਲੱਗਦਾ ਕਿ ਉਹ ਪੁਰਾਣੀ ਖਬਰ ਹੈ। ਜਦੋਂ ਅੰਦੋਲਨ ਸ਼ੁਰੂ 'ਚ ਸੀਗਾ ਤੇ ਉਦੋਂ ਜ਼ਰੂਰ ਇਹਦਾ ਵਿਰੋਧ ਹੋਇਆ ਸੀ, ਪਰ ਉਹ ਬਾਅਦ ਵਿੱਚ ਥੋੜਾ ਠੰਡਾ ਜ਼ਰੂਰ ਪੈ ਗਿਆ। ਉਹਦੀ ਵਜ੍ਹਾ ਇਹ ਆ ਕਿ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਕੋਈ ਚੀਜ਼ ਲੈਣ ਜਾਂਦੇ ਆ ਤੇ ਅਸੀਂ ਉਹੀ ਚੀਜ਼ ਲੈਂਦੇ ਆ ਜਿਹੜੀ ਸਾਨੂੰ ਸਸਤੇ ਭਾਅ ਪੁੱਗਦੀ ਹੋਵੇ ਤੇ ਸਰਵਿਸ ਚੰਗੀ ਮਿਲਦੀ ਹੋਵੇ। ਵਿਰੋਧ ਤੇ ਅਸੀਂ ਕਹਿਣ ਨੂੰ ਚਾਈਨਾ ਦਾ ਵੀ ਬਹੁਤ ਕੀਤਾ ਸੀ, ਪਰ ਅਸੀਂ ਜਦੋਂ ਮੁੜ ਕੇ ਦੇਖਿਆ ਕਿ ਉਹਦੀਆਂ ਐਪਸ ਅਸੀਂ ਜ਼ਰੂਰ ਕੁਝ ਬੰਦ ਕਰਤੀਆਂ, ਪਰ ਚਾਈਨਾ ਦਾ ਭਾਰਤ ਨਾਲ ਜਿਹੜਾ ਵਪਾਰ ਆ ਉਹ ਅੱਗੇ ਨਾਲੋਂ ਵਧਿਆ। ਜੀਓ ਦਾ ਤੇ ਅਡਾਨੀ ਦਾ ਅਸੀਂ ਬਹੁਤ ਵਿਰੋਧ ਕੀਤਾ, ਤੇ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਗੱਲ ਕੀਤੀ ਸੀ ਕਿ ਜੀਓ ਤੇ ਰਿਲਾਇੰਸ ਤੇ ਅਡਾਨੀ ਹਿੰਦੁਸਤਾਨ ਦੀਆਂ ਉਹ ਫਰਮਾਂ ਨੇ ਜਿਹੜੀਆਂ ਕਰੋਨਾ ਦੇ ਦੌਰਾਨ ਸਭ ਤੋਂ ਜ਼ਿਆਦਾ ਫਾਇਦੇ 'ਚ ਰਹੀਆਂ। ਤੇ ਇੱਥੇ ਵੀ ਉਹੀ ਹਾਲ ਆ। ਸਰਕਾਰ ਨੇ ਜਦੋਂ ਕੁਝ ਸਮਾਨ ਖਰੀਦਣਾ ਹੁੰਦਾ, ਟੈਂਡਰ ਹੁੰਦਾ ਉਹਦੇ ਲਈ, ਤੇ ਜੀਓ ਨੇ ਸ਼ਾਇਦ ਉਹਨਾਂ ਨੂੰ ਚੰਗਾ ਟੈਂਡਰ ਦਿੱਤਾ ਹੋਣਾ। ਜੇ ਤਾਂ ਅਸੀਂ ਇਹਨੂੰ ਇਮੋਸ਼ਨਲ ਤਰੀਕੇ ਨਾਲ ਦੇਖੀਏ, ਭਾਵਨਾਤਮਕ ਤਰੀਕੇ ਨਾਲ ਦੇਖੀਏ, ਤੇ ਇਹ ਉਹ ਕਾਰਪੋਰੇਟ ਨੇ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਨਹੀਂ ਕਰਦੇ, ਤੇ ਸਾਨੂੰ ਉਹ ਬੁਰੇ ਲੱਗਦੇ ਨੇ। ਪਰ ਜਦੋਂ ਅਸੀਂ ਉਹਨਾਂ ਦੀਆਂ ਸਰਵਿਸਿਜ਼ ਲੈਂਦੇ ਆ ਤੇ ਕੁਝ ਚੰਗਾ ਕੰਮ ਕਰਦੇ, ਤੇ ਫਿਰ ਅਸੀਂ ਸੋਚਦੇ ਹਾਂ ਯਾਰ ਸਾਡਾ ਤਾਂ ਫਾਇਦਾ ਹੁੰਦਾ ਨਾ, ਅਸੀਂ ਉਹ ਕਰ ਲਈਏ। ਤੇ ਅਖਬਾਰ ਦੀ ਸੁਰਖੀ ਜ਼ਰੂਰ ਆ ਕਿ ਪੰਜਾਬ ਸਰਕਾਰ ਨੇ ਜੀਓ ਦੇ ਜਿਹੜੇ ਸਿਮ ਲੈ ਕੇ ਪਾਵਰਕਾਮ ਦੇ EMPLOYEES ਨੂੰ ਦਿੱਤੇ ਆ, ਦੇਣੇ ਆ। ਅੱਛਾ, ਉਹਨਾਂ ਦੀ ਗੱਲ ਜਿਹੜੀ ਚੱਲ ਰਹੀ ਆ ਜਾਂ ਉਹਨਾਂ ਦਾ ਟੈਂਡਰ ਉਹਨਾਂ ਨਾਲ ਪਾਸ ਹੋ ਗਿਆ, ਤੇ ਮੁਲਾਜ਼ਮ ਹੁਣ ਕਹਿ ਰਹੇ ਕਿ ਅਸੀਂ ਜੀਓ ਦੇ ਸਿਮ ਜਿਹੜੇ ਆ ਉਹ ਨਹੀਂ ਲੈਣੇ। ਪਰ ਅਸੀਂ ਜਦੋਂ
ਪੂਰੇ ਪੰਜਾਬ ਦੇ ਅੰਕੜੇ ਦੇਖਦੇ ਹਾਂ ਤੇ ਜੀਓ ਦੇ ਸਿੰਮਾਂ ਦੇ ਵਿੱਚ ਕੁਝ ਥੋੜੀ ਬਹੁਤ ਕਮੀ ਜ਼ਰੂਰ ਆਈ ਹੋਊਗੀ, ਬਹੁਤਾ ਵੱਡਾ ਅਸੀਂ ਉਹਨਾਂ ਦੇ ਵਿੱਚ ਫਰਕ ਨਹੀਂ ਪਾ ਸਕੇ ਜੀ। ਪਰ ਗੱਲ ਤੇ ਪਰਮਿੰਦਰ ਜੀ ਦੂਜੇ ਪਾਸੇ ਜਾਂਦੀ ਆ। ਜੇ ਅਸੀਂ ਅੱਜ ਜੀਓ ਦੇ ਸਿਮ ਲੈ ਰਹੇ ਹਾਂ ਤੇ ਉਹ ਕਿਉਂ ਲੈ ਰਹੇ ਹਾਂ? ਸਾਡੇ ਕੋਲ ਆਪਣੀ ਬਹੁਤ ਵਧੀਆ ਕੰਪਨੀ ਸੀ BSNL ਜੀ, ਉਹਦਾ ਇੰਨਾ ਮਾੜਾ ਹਾਲ ਕਿਉਂ ਹੋਇਆ? ਹਾਲਾਂਕਿ ਪੰਜਾਬ ਸਰਕਾਰ ਉਹਦੇ 'ਚ ਦੋਸ਼ੀ ਨਹੀਂ ਹੈਗੀ, ਸੈਂਟਰ ਸਰਕਾਰ ਆ, ਪਰ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ LIC ਨਾਲ ਕੀ ਹੁੰਦਾ, BPCL ਨਾਲ ਕੀ ਹੁੰਦਾ, ਯੂਨਿਟ ਟਰਸਟ ਆਫ ਇੰਡੀਆ UTI ਨਾਲ ਕੀ ਹੋਇਆ ਸੀ। ਤੇ BSNL ਇੱਕ ਇੰਨੀ ਵੱਡਾ ਅਦਾਰਾ ਸੀ ਜਿਹਦੇ ਕੋਲ ਸੈਟਲਾਈਟ ਤੱਕ ਆਪਦੇ ਲਿੰਕ ਸੀ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨਾਲ ਜੁੜਿਆ ਹੋਇਆ ਸੀ। ਤੇ ਹੁਣ ਉਹਨਾਂ ਦੀਆਂ ਹੀ ਐਕਸਚੇਂਜ ਤੇ ਉਹਨਾਂ ਦੇ ਹੀ ਲਿੰਕ ਤੇ ਉਹਨਾਂ ਦੀਆਂ ਹੀ ਜਿਹੜੇ ਨੈਟਵਰਕ ਹੈ ਉਹਨੂੰ ਯੂਜ਼ ਕਰਕੇ ਇਹ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਆ ਉਹ ਆਪਣਾ ਸਾਰਾ ਕੁਝ ਚਲਾ ਰਹੀਆਂ ਨੇ। ਤੇ ਜੇ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਨੇ, ਮੁਲਾਜ਼ਮ ਜੇ ਨਾ ਕਰਦੇ ਨੇ ਤੇ ਉਹ ਵੱਡੀ ਗੱਲ ਹੈ, ਸਰਕਾਰ ਨੂੰ ਦੇਖਣਾ ਪਊਗਾ। ਪਰ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਕੋਲ ਕੋਈ ਬਹੁਤੇ ਹੋਰ ਬਦਲ ਹੈ। ਸਰਕਾਰ ਨੇ ਜੇ ਉਹਨਾਂ ਮੁਲਾਜ਼ਮਾਂ ਨੂੰ ਫੋਨ ਦੇਣੇ ਨੇ, ਸਿਮ ਦੇਣੇ ਨੇ, ਤੇ ਉਹ ਕਿੱਥੋਂ ਲਿਆ ਕੇ ਦੇਣੇ ਤੇ ਇਹਨਾਂ ਕੰਪਨੀਆਂ ਦੇ ਪੈਣੇ ਨਾ ਜਿਹੜੀਆਂ 2 3 4 ਪੰਜਾਬ 'ਚ ਚੱਲਦੀਆਂ, ਤੇ ਜਿੱਥੋਂ ਉਹਨਾਂ ਨੂੰ ਚੰਗਾ ਟੈਂਡਰ ਮਿਲੂਗਾ ਉੱਥੋਂ ਹੀ ਦੇਣਗੇ। ਤੇ ਬਿਲਗਾ ਜੀ ਇਹਨਾਂ ਨੇ ਤਾਂ ਆਪਣਾ ਵਿਸਥਾਰ ਦੱਸ ਦਿੱਤਾ। ਤੇ ਹੁਣ ਆਪਾਂ ਮਾੜਾ ਜਿਹਾ ਹਰਿਆਣੇ ਦਾ ਚੱਕਰ ਮਾਰ ਕੇ ਆਈਏ ਵੀ ਅਕਾਲੀ ਵਿਧਾਇਕ ਉੱਥੇ ਕਿਸੇ ਦਾ ਘਿਰਾਓ ਕਰਨ ਗਏ ਸੀ, ਉਸ ਵੇਲੇ ਤਾਂ ਸਭ ਕੁਝ ਮਾਮਲਾ ਠੰਡਾ ਪੈ ਗਿਆ, ਪਰ ਹੁਣ FIR ਦਰਜ ਕਰਨ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਤੇ ਕਿਸ ਵਜ੍ਹਾ ਕਰਕੇ? ਪਰਮਿੰਦਰ ਜੀ, ਇਹ ਜਿਹੜੀ ਘਟਨਾ ਵਾਪਰੀ ਆ ਇਹ ਪੰਜਾਬ ਤੇ ਹਰਿਆਣਾ ਦੀ ਜਿਹੜੀ ਅਸੈਂਬਲੀ ਆ ਉਹ ਇਕੱਠੀ ਆ। ਇੱਕ ਪਾਸੇ ਹਰਿਆਣਾ ਦੀ ਅਸੈਂਬਲੀ ਚੱਲਦੀ ਹੈ ਤਾਂ ਦੂਸਰੇ ਪਾਸੇ ਪੰਜਾਬ ਦੀ ਅਸੈਂਬਲੀ ਚੱਲਦੀ ਆ। ਜਦੋਂ ਇਹ ਮਨੋਹਰ ਲਾਲ ਖੱਟਰ ਨੇ ਆਪਣਾ ਬਜਟ ਸੈਸ਼ਨ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਹੈ ਤਾਂ ਬਜਟ ਪੇਸ਼ ਕੀਤਾ ਆ, ਜਿਵੇਂ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਮਤਲਬ ਖਾਸਾ ਵਿਰੋਧ ਕੀਤਾ ਜਾਂ ਵਿਰੋਧ ਕਰਦੇ ਨਜ਼ਰ ਆਏ ਆ ਮੀਡੀਆ ਦੇ ਵਿੱਚ, ਇਸੇ ਤਰ੍ਹਾਂ ਲੱਗਦੇ ਹੱਥ ਇਹਨਾਂ ਨੇ ਸੋਚਿਆ ਕਿ ਹੁਣ ਖੱਟੜ ਸਾਹਿਬ ਵੀ ਇੱਥੋਂ ਨਿਕਲ ਰਹੇ ਆ ਵੀ ਇਹਨਾਂ ਦੇ ਖਿਲਾਫ ਵੀ ਮੁਰਦਾਬਾਦ ਕਰ ਦਿੱਤੀ ਜਾਵੇ ਤਾਂ ਕਿ ਮੀਡੀਆ ਦੇ ਵਿੱਚ ਖਬਰ ਚੰਗੀ ਬਣ ਜਾਵੇ। ਉਹ ਖਬਰਾਂ ਤਾਂ ਚੰਗੀਆਂ ਬਣ ਗਈਆਂ, ਪੰਜਾਬ ਸਰਕਾਰ ਦੇ ਵਿਰੋਧ ਦੀ ਵੀ, ਹਰਿਆਣਾ ਸਰਕਾਰ ਦੇ ਵਿਰੋਧ ਦੀ ਵੀ, ਪਰ ਉਹ ਜਿਹੜੀ ਸਾਂਝੀ ਉਹ ਇਮਾਰਤ ਆ ਉਹ ਜਦੋਂ ਫਿਰ ਦੁਬਾਰਾ ਦੂਸਰੀ ਵਾਰੀ ਫਿਰ ਜਦੋਂ ਵਿਰੋਧ ਕੀਤਾ ਗਿਆ ਤੇ ਇਸ ਵੇਲੇ ਹਰਿਆਣਾ ਸਰਕਾਰ ਦੇ ਵਿੱਚ ਇਹ ਪ੍ਰੋਸੀਡਿੰਗ ਚੱਲ ਰਹੀ ਆ ਕਿ ਇਹਨਾਂ ਵਿਧਾਇਕਾਂ ਦੇ ਖਿਲਾਫ ਜਿਹੜੀ ਆ FIR ਲਾਂਚ ਕੀਤੀ ਜਾਵੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹਰਿਆਣਾ ਦੀ ਰਾਜਨੀਤੀ ਤੇ ਇੱਕ ਛਾਪ ਛੱਡਣ ਵਾਲੀ ਗੱਲ ਆ, ਕਿਉਂਕਿ ਇਸ ਵੇਲੇ ਰਾਜਨੀਤੀ ਦੇ ਪਾੜੇ ਹੋਏ ਲੋਕ ਕਿਸਾਨ ਉਹ ਬੜੇ ਲੰਬੇ ਸਮੇਂ ਤੋਂ ਅਲੱਗ-ਅਲੱਗ ਹੋਏ ਬੈਠੇ ਸੀਗੇ। ਕਿਸਾਨੀ ਅੰਦੋਲਨ ਨੇ ਉਹ ਇੱਕ ਮੁੱਠਤਾ ਕਰ ਦਿੱਤੀ। ਇਸ ਵੇਲੇ ਹਰਿਆਣਾ ਦਾ ਤਾਊ, ਪੰਜਾਬ ਦਾ ਭਾਊ ਇਕੱਠੇ ਬੈਠ ਕੇ ਉੱਥੇ ਲੰਗਰ ਛਕਦੇ ਆ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ, ਇੱਕੋ ਹੀ ਅਖਬਾਰ ਪੜ੍ਹਦੇ ਆ। ਉਹ ਜਿਹੜੀ ਨੇੜਤਾ ਆਈ ਆ, ਉਹ ਨੇੜਤਾ ਦੇ ਵਿੱਚ ਫੇਰ ਪਾੜੇ ਪਾਉਣ ਲਈ ਚਾਹੇ ਉਹ SYL ਦੇ ਮੁੱਦੇ ਤੇ ਆਣ ਕੇ ਹਰਿਆਣਾ ਸਰਕਾਰ ਵੱਲੋਂ 100 ਕਰੋੜ ਰੁਪਈਆ ਰੱਖਣਾ ਜਾਂ ਉੱਥੇ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਕਿ ਅਸੀਂ ਤਾਂ ਜੀ ਕਿਸਾਨਾਂ ਨੂੰ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਪੰਜਾਬ ਦੇ ਲੋਕਾਂ ਨਾਲ ਬੈਠ ਕੇ ਗੱਲ ਕਰ ਲਓ ਵੀ ਸਾਡੇ ਹਿੱਸੇ ਦਾ ਸਾਨੂੰ ਪਾਣੀ ਮਿਲ ਜਾਵੇ, ਪਰ ਕਿਸਾਨਾਂ ਦਾ ਉੱਥੇ ਇਹ ਕਹਿਣਾ ਵੀ ਸਾਨੂੰ ਪਾਣੀ ਦੀ ਲੋੜ ਹੀ ਹੈ ਨਹੀਂ, ਤੇ ਪੰਜਾਬ ਵਾਲਿਆਂ ਦਾ ਇਹ ਕਹਿਣਾ ਵੀ ਕੋਈ ਗੱਲ ਨਹੀਂ, ਪਾਣੀ ਜਿੱਥੇ ਅਸੀਂ ਆਪਣਾ ਵਰਤਦੇ ਆ, ਹਰਿਆਣੇ ਵਾਲੇ ਸਾਤੋਂ ਭਰਾ ਬਣ ਕੇ ਇੱਦਾਂ ਜਿੱਦਾਂ ਮਰਜ਼ੀ ਲੈ ਦੇਣ। ਪਾੜੇ ਰਾਜਨੀਤੀ ਦੇ ਆ, ਪਾੜੇ ਕਿਸਾਨਾਂ ਦੇ ਨਹੀਂ ਹੈਗੇ, ਪਾੜੇ ਲੋਕਾਂ ਦੇ ਨਹੀਂ ਹੈਗੇ। ਰਾਜਨੀਤੀ ਦਾ ਕਰਕੇ ਹੀ ਇਹ ਅੱਗੇ ਮਸਲਾ ਕੋਈ ਹੱਲ ਨਹੀਂ ਹੋ ਸਕਿਆ ਪਾਣੀ ਦਾ, ਰਾਜਨੀਤੀ ਦਾ ਕਰਕੇ ਹੀ ਹੁਣ ਕੋਈ ਹੱਲ ਹੋਣ ਦੇ ਆਸਾਰ ਹੈ ਨਹੀਂਗੇ। ਪਰ ਫਿਰ ਵੀ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅਕਾਲੀ ਦਲ ਤੇ ਅੱਜ ਇਹ FIR ਮੰਨ ਲਓ ਲਾਂਚ ਹੋ ਜਾਂਦੀਆਂ ਤੇ ਮੂਹਰੇ ਇਲੈਕਸ਼ਨਾਂ ਆਣੀਆਂ ਆ, ਇਲੈਕਸ਼ਨ ਆਉਣ ਦੇ ਕਰਕੇ ਇਹਨਾਂ ਨੇ ਫਿਰ ਅਕਾਲੀ ਬੈਲਟ ਬਹੁਤ ਵੱਡੀ ਆ ਹਰਿਆਣੇ ਦੇ ਵਿੱਚ, ਇਹਨਾਂ ਨੇ ਉੱਥੇ ਪ੍ਰਚਾਰ ਕਰਨ ਜਾਣਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਕੜੱਤਣਾ ਬਹੁਤ ਵਧਣਗੀਆਂ ਤੇ ਇਹ ਰਾਜਨੀਤਿਕ ਵਧੀਆਂ ਹੋਈਆਂ ਕੜੱਤਣਾ ਜਿਹੜੀਆਂ ਆ ਹੌਲੀ ਹੌਲੀ ਫਿਰ ਲੋਕਾਂ ਦੇ ਪਾੜੇ ਨੂੰ ਫਿਰ ਵਧਾਉਣਗੀਆਂ। ਇਹ ਕਿਸਾਨੀ ਘੋਲ ਦਾ ਜਿਹੜਾ ਇਕੱਠਾ ਹੋਇਆ ਸਾਰਾ ਭਾਈਚਾਰਾ ਆ, ਇਹ ਭਾਈਚਾਰੇ ਨੂੰ ਤੋੜਨ ਵਿੱਚ ਇਹ ਜਿਹੜੀਆਂ ਹੁਣ ਦੀਆਂ ਘਟਨਾਵਾਂ ਆ ਵਿਧਾਨ ਸਭਾ ਦੀਆਂ ਅਕਾਲੀ ਦਲ ਦੇ ਖਿਲਾਫ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਸਰਕਾਰਾਂ ਵੱਲੋਂ ਇਹ ਘਾੜਤਾਂ ਘੜੀਆਂ ਜਾਂਦੀਆਂ, ਇਹ ਕਿਸਾਨੀ ਅੰਦੋਲਨ ਵਿੱਚ ਹੋਏ ਇਕੱਠ ਨੂੰ ਕਿਤੇ ਨਾ ਕਿਤੇ ਫਿਰ ਦੂਰੀਆਂ ਪੈਦਾ ਕਰਨ ਦੇ ਵਿੱਚ ਇਹ ਆਪਣਾ ਰੋਲ ਅਦਾ ਕਰਨਗੇ। ਜੀ, ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਸਵਾਲ ਤੇ ਆਵਾਂਗੇ, ਪਰ ਇਸ ਵੇਲੇ ਬ੍ਰੇਕ ਲੈਂਦੇ ਹਾਂ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਬਿਲਗਾ ਜੀ ਤੋਂ ਆਪਾਂ ਪਿਛਲਾ ਸਵਾਲ ਸਮੇਟਿਆ ਸੀ ਤੇ ਅੰਮ੍ਰਿਤਪਾਲ ਜੀ ਵੱਲ ਆਉਂਦੇ ਹਾਂ। ਇੱਕ ਪੰਜਾਬੀ ਸਾਹਿਤਕਾਰ ਨੂੰ ਸਾਹਿਤ ਅਕਾਡਮੀ ਅਵਾਰਡ ਮਿਲਿਆ ਜੀ, ਤੇ ਉਹ ਕਿਹੜੀ ਸ਼ਖਸੀਅਤ ਹੈ ਤੇ ਕਿਹੜੀ ਕਿਤਾਬ ਲਈ ਮਿਲਿਆ? ਇਸ ਤੋਂ ਪਹਿਲਾਂ ਕਿ ਅਸੀਂ ਗੁਰਦੇਵ ਰੁਪਾਣਾ ਜੀ ਦੀ ਗੱਲ ਕਰੀਏ, ਮੈਂ ਸਾਹਿਤ ਅਕੈਡਮੀ ਦੀ ਗੱਲ ਕਰਨੀ ਚਾਹੁੰਦਾ। 1954 ਦੇ ਵਿੱਚ ਭਾਰਤ ਦੇ ਵਿੱਚ ਜਦੋਂ ਆਜ਼ਾਦ ਹੋ ਗਏ ਸੀ ਅਸੀਂ, ਉਸ ਤੋਂ ਬਾਅਦ ਇਹ ਗੱਲ ਚਰਚਾ ਹੋਈ ਕਿ ਕੋਈ ਇਹੋ ਜਿਹੀ ਏਜੰਸੀ ਬਣਾਈ ਜਾਵੇ, ਕੋਈ ਇਹੋ ਜਿਹੀ ਅਕੈਡਮੀ ਬਣਾਈ ਜਾਵੇ ਜਿਹੜੀ ਲਿਖਣ ਪੜ੍ਹਨ ਵਾਲੇ ਲੋਕਾਂ ਦੀ ਰਹਿਨੁਮਾਈ ਕਰੇ, ਉਹਨਾਂ ਨੂੰ ਐਪਰੀਸ਼ੀਏਟ ਕਰੇ, ਉਹਨਾਂ ਨੂੰ ਇਨਾਮ ਦਿੱਤੇ ਜਾਣ ਤੇ ਉਹਨਾਂ ਦੇ ਜਿਹੜੇ ਲੋਕਾਂ ਨੂੰ ਚੰਗਾ ਸਾਹਿਤ ਮਿਲੇ। ਜੀ,
ਉਸ ਤੋਂ ਵੀ ਪਹਿਲਾਂ 1944 ਚ ਅੰਗਰੇਜ਼ ਰਾਜ ਦੇ ਟਾਈਮ 'ਚ ਇਹ ਗੱਲ ਹੋਣ ਲੱਗ ਪਈ ਸੀ ਕਿ ਕੋਈ ਇਹੋ ਜਿਹੀਆਂ ਅਕੈਡਮੀਆਂ ਬਣਾਈਆਂ ਜਾਣ। ਉਦੋਂ ਚਰਚਾ 3 ਗੱਲਾਂ ਤੇ ਸੀਗੀ ਕਿ ਅਕੈਡਮੀ ਆਫ ਲੈਟਰਸ ਜਾਣੀ ਕਿ ਲਿਖਣ ਵਾਲਿਆਂ ਲਈ, ਅਕੈਡਮੀ ਆਫ ਵਿਜ਼ੂਅਲ ਆਰਟਸ ਜਾਣੀ ਕਿ ਫਿਲਮਾਂ ਲਈ, ਤੇ ਅਕੈਡਮੀ ਆਫ ਡਾਂਸ, ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਬਣਨ ਤਾਂ ਜੋ ਸਾਡੇ ਜਿਹੜੇ ਕਲਾਤਮਕ ਲੋਕ ਨੇ, ਕਲਾ ਜਗਤ ਨਾਲ ਜੁੜੇ ਹੋਏ ਲੋਕ ਨੇ, ਲਿਖਣ ਵਾਲੇ ਨੇ, ਡਾਂਸ ਕਰਨ ਵਾਲੇ ਨੇ, ਨਾਚ ਕਲਾਵਾਂ ਦੇ ਲੋਕ ਨੇ, ਉਹਨਾਂ ਦਾ ਜਿਹੜਾ ਆ ਮਾਣ ਸਨਮਾਨ ਸਮੇਂ-ਸਮੇਂ ਤੇ ਹੁੰਦਾ ਰਹੇ। 44 ਤੋਂ ਚਲਦੀ ਗੱਲ 54 ਤੇ ਆਈ, ਤੇ 54 ਦੇ ਵਿੱਚ ਫਿਰ ਸਾਹਿਤ ਅਕੈਡਮੀ ਜਿਹੜੀ ਆ ਉਹਦਾ ਗਠਨ ਹੋਇਆ। ਬਹੁਤ ਸੋਹਣੀ ਇੱਕ ਮੂਰਤੀ ਦਿੱਤੀ ਜਾਂਦੀ ਆ, ਸਰੋਪਾ ਦਿੱਤਾ ਜਾਂਦਾ, ਤੇ ਨਾਲ 5000 ਰੁਪਏ ਤੋਂ ਸ਼ੁਰੂਆਤ ਹੋਈ ਸੀ, ਫਿਰ ਉਹ 10000 ਹੋਈ, ਫਿਰ ਉਹਦੀ ਅਮਾਊਂਟ 25000 ਹੋਈ, 40000 ਹੋਈ, 50000 ਹੋਈ, ਤੇ ਅੱਜ ਦੇ ਸਮੇਂ 'ਚ 1 ਲੱਖ ਰੁਪਈਆ ਇਨਾਮ ਜਿਹੜਾ ਦਿੱਤਾ ਜਾਂਦਾ। ਸਾਹਿਤ ਅਕੈਡਮੀ 22 ਭਾਰਤੀ ਭਾਸ਼ਾਵਾਂ ਦੇ ਨਾਲ ਅੰਗਰੇਜ਼ੀ ਤੇ ਰਾਜਸਥਾਨੀ ਭਾਸ਼ਾ ਦੇ ਵਿੱਚ ਜਿਹੜੇ ਲੇਖਕ ਲੋਕ ਲਿਖਦੇ ਨੇ ਉਹਨਾਂ ਨੂੰ ਇਨਾਮ ਦਿੰਦੀ ਆ, ਤੇ ਨਾਲ ਦੀ ਨਾਲ ਬਾਲ ਸਾਹਿਤ ਲਈ ਵੀ ਇਨਾਮ ਦਿੱਤਾ ਜਾਂਦਾ, ਤੇ ਨਵੇਂ ਜਿਹੜੇ ਨੌਜਵਾਨ ਲੇਖਕ ਨੇ ਉਹਨਾਂ ਲਈ ਇੱਕ ਵੱਖਰਾ ਇਨਾਮ ਦਿੱਤਾ ਜਾਂਦਾ। ਤੇ ਇਸ ਵਾਰ ਜਿਹੜਾ ਪੰਜਾਬੀ ਦੇ ਵਿੱਚ ਇਨਾਮ ਮਿਲਿਆ ਉਹ ਗੁਰਦੇਵ ਸਿੰਘ ਰੁਪਾਣਾ ਜੀ ਨੇ, ਬਜ਼ੁਰਗ ਲੇਖਕ ਨੇ, ਬਹੁਤ ਵਧੀਆ ਲੇਖਕ ਨੇ। ਆਮ ਖਾਸ ਉਹਨਾਂ ਦੀ ਜਿਹੜੀ ਕਿਤਾਬ ਆ ਕਹਾਣੀਆਂ ਦੀ, ਅਸੀਂ ਉਹਨਾਂ ਦੀਆਂ ਕਹਾਣੀਆਂ ਬਹੁਤ ਸਾਰੀਆਂ ਪੜ੍ਹੀਆਂ, ਬਹੁਤ ਹੀ ਚਰਚਿਤ ਮੁੱਦੇ, ਬਹੁਤ ਹੀ ਲੋਕਾਂ ਨਾਲ ਜੁੜੇ ਹੋਏ ਮੁੱਦੇ। ਉਹਨਾਂ ਦੀ ਕਹਾਣੀ ਪੜ੍ਹ ਕੇ ਇੱਦਾਂ ਲੱਗਦਾ ਕਿ ਸਾਡੀ ਕਹਾਣੀ ਲਿਖੀ ਹੋਈ ਹੈ, ਪਰ ਉਹਦੀਆਂ ਜਿਹੜੀਆਂ ਮਾਨਸਿਕ ਸੈਗਮੈਂਟਸ ਨੇ, ਉਹਦੇ ਜਿਹੜੇ ਪਾਸੇ ਉਹ ਫਰੋਲਦੇ ਨੇ ਮਨੁੱਖੀ ਮਨ ਦੇ, ਉਹਨੂੰ ਦੇਖ ਕੇ ਲੱਗਦਾ ਕਿ ਯਾਰ ਇਹ ਬਹੁਤ ਉਮਦਾ ਕਹਾਣੀਕਾਰ ਨੇ ਤੇ ਲੋਕਾਂ ਨਾਲ ਜੁੜੇ ਹੋਏ ਗੱਲ ਕਰਦੇ। ਉਹਨਾਂ ਨੂੰ ਇਸ ਵਾਰ ਦਾ ਇਨਾਮ ਮਿਲਿਆ, ਬੜੀ ਦੇਰ ਬਾਅਦ ਇਨਾਮ ਮਿਲਿਆ। ਗੁਰਦੇਵ ਰੁਪਾਣਾ ਜੀ ਨੂੰ ਆਸ ਸੀ ਕਿ ਬਹੁਤ ਪਹਿਲਾਂ ਇਨਾਮ ਮਿਲ ਜਾਂਦਾ। ਇਸ ਇਨਾਮ ਦੀ ਜਦੋਂ ਇਹਨਾਂ ਦੀ ਗੁਰਦੇਵ ਜੀ ਦੀ ਚੋਣ ਹੋਈ ਆ, ਉਹਦੇ ਚੋਣ ਕਰਨ ਵਾਲੇ ਜਿਹੜੇ 3 ਪੰਜਾਬੀ, ਉਹਦੇ 'ਚ ਬਲਦੇਵ ਸਿੰਘ ਸੜਕਨਾਮਾ, ਸਤਿੰਦਰ ਸਿੰਘ ਆਲੋਚਕ, ਤੇ ਨਾਲ ਸ਼ਾਇਰ ਮੋਹਨਜੀਤ ਜਿਹੜੇ ਨੇ, ਉਹਨਾਂ ਦੇ ਨਾਮ ਹੈਗੇ ਨੇ, ਉਹ ਇਹਨਾਂ ਨੂੰ ਚੁਣਨ ਸੀ। ਤੇ ਮੈਂ ਦੱਸਣਾ ਚਾਹੁੰਦਾ ਕਿ 55 ਦੇ ਵਿੱਚ ਭਾਈ ਵੀਰ ਸਿੰਘ ਨੂੰ ਮਿਲਿਆ ਸੀ ਪਹਿਲਾ ਸਾਹਿਤ ਅਕੈਡਮੀ ਪੰਜਾਬੀ ਵੱਲੋਂ, ਤੇ ਪਿਛਲੀ ਵਾਰ ਜਿਹੜਾ ਮਿਲਿਆ ਉਹ ਕਿਰਪਾਲ ਕਜ਼ਾਕ ਨੂੰ ਮਿਲਿਆ ਸੀ। ਨਾਵਲ ਲਈ ਵੀ, ਕਵਿਤਾ ਲਈ, ਨਾਟਕ ਲਈ, ਤੇ ਹੋਰ ਅਲੱਗ-ਅਲੱਗ ਵਿਧਾਵਾਂ ਲਈ ਇਹ ਸਮੇਂ-ਸਮੇਂ ਤੇ ਇਨਾਮ ਜਿਹੜੇ ਉਹ ਮਿਲਦੇ ਰਹਿੰਦੇ ਆ। ਤੇ ਵੱਡੀ ਗੱਲ ਇਹ ਆ ਕਿ ਇਹੋ ਜਿਹੀਆਂ ਜਿਹੜੀਆਂ ਏਜੰਸੀਆਂ ਆ, ਇਹੋ ਜਿਹੀਆਂ ਜਿਹੜੀਆਂ ਅਕੈਡਮੀਆਂ ਆ, ਉਹਨਾਂ ਦੀ ਜਿਹੜੀ ਲੋੜ ਆ ਤੇ ਉਹਨਾਂ ਦੀ ਜਿਹੜੀ ਹੋਂਦ ਆ, ਉਹਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ। ਇਹਦੇ ਨਾਲ ਹੀ ਇਸ ਵਾਰ ਵਿਰਪਾ ਮੋਇਲੀ ਸਾਡੇ ਇੱਕ ਵੱਡੇ ਲੀਡਰ ਨੇ ਹਿੰਦੁਸਤਾਨ ਦੇ, ਉਹਨਾਂ ਨੂੰ ਵੀ ਮਿਲਿਆ। ਉਹ ਲੇਖਕ ਵੀ ਨੇ ਤੇ ਉਹ ਪੋਲੀਟੀਸ਼ੀਅਨਸ ਵੀ ਨੇ, ਤੇ ਉਹਨਾਂ ਨੂੰ ਵੀ ਇਨਾਮ ਮਿਲਿਆ। ਤੇ ਬਹੁਤ ਵਧਾਈ ਆ ਸਾਡੇ ਵੱਲੋਂ ਗੁਰਦੇਵ ਰੁਪਾਣਾ ਜੀ ਨੂੰ ਤੇ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੇ ਲੋਕ ਜਿਨ੍ਹਾਂ ਨੇ ਵੀ ਇਨਾਮ ਜਿੱਤੇ ਨੇ। ਚੰਗਾ ਸਾਹਿਤ ਪੜ੍ਹਨਾ ਜਿਹੜਾ ਆ ਬਹੁਤ ਜ਼ਰੂਰੀ ਆ। ਤੇ ਮੈਨੂੰ ਲੱਗਦਾ ਪੜਾਂਗੇ ਤੇ ਤਾਂ ਜਦੋਂ ਕੋਈ ਚੰਗਾ ਸਾਹਿਤ ਲਿਖੇਗਾ, ਹਨਾ। ਬਿਲਕੁਲ। ਤੇ ਇਸ ਵੇਲੇ ਬਿਲਗਾ ਜੀ ਤੁਹਾਡੇ ਵੱਲ ਆਉਂਦੇ ਆ। ਕਰੋਨਾ ਜਿਹੜਾ ਫਿਰ ਤੋਂ ਤੰਗ ਕਰਨ ਲੱਗ ਪਿਆ, ਰਾਤ ਦੀਆਂ ਪਾਬੰਦੀਆਂ, ਕਦੀ ਸਕੂਲ ਬੰਦ, ਅੱਧੇ ਖੁੱਲੇ, ਇਹ ਸਾਰਾ ਮਾਜਰਾ ਥੋੜਾ ਜਿਹਾ ਖੁੱਲ ਕੇ ਸਮਝਾ ਦਿਓ। ਪਰਮਿੰਦਰ ਜੀ, ਗੱਲ ਇਸ ਤਰ੍ਹਾਂ ਆ ਵੀ ਅਖਬਾਰਾਂ ਵਿੱਚ, ਟੀਵੀ ਤੇ ਬੜੇ ਮਾਧਿਅਮ ਇਸ ਵੇਲੇ ਜਿੰਨੀਆਂ ਵੀ ਇਹ ਕੋਵਿਡ ਦੇ ਸੰਬੰਧ 'ਚ ਗਾਈਡਲਾਈਨ ਜਾਂ ਇਹਦੀਆਂ ਫਿਗਰਾਂ ਆ ਰਹੀਆਂ ਆ, ਕਿੱਥੇ ਵੱਧ ਰਿਹਾ ਕਿੱਥੇ ਘਟ ਰਿਹਾ, ਇਹ ਤਾਂ ਸਾਰੇ ਲੋਕ ਜਾਣਦੇ ਆ। ਪਰ ਲੋਕਾਂ 'ਚ ਜਿਹੜੀ ਆਮ ਚਰਚਾ ਚੱਲਦੀ ਆ, ਆਪਾਂ ਉਸ ਗੱਲ ਤੇ ਗੱਲ ਕਰੀਏ। ਦੇਖੋ, ਕਿਸੇ ਵੀ ਬਿਮਾਰੀ ਨੂੰ ਥੋੜ੍ਹੇ ਵਿੱਚ ਨਹੀਂ ਲੈਣਾ ਚਾਹੀਦਾ, ਗੰਭੀਰ ਸਾਨੂੰ ਹੋਣਾ ਚਾਹੀਦਾ। ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਖਾਦਸ਼ੇ ਵੀ ਚੱਲ ਰਹੇ ਆ ਵੀ ਕੀ ਜਿਸ ਤਰ੍ਹਾਂ 2020 ਦੇ ਵਿੱਚ 22 ਮਾਰਚ ਨੂੰ ਇੱਕਦਮ ਐਲਾਨ ਕਰ ਦਿੱਤਾ ਜਾਂਦਾ, ਤੇ ਉਹ ਐਲਾਨ ਕਰਕੇ ਲੋਕਾਂ ਨੂੰ ਅੰਦਰ ਤਾੜ ਦਿੱਤਾ ਜਾਂਦਾ। ਉਹ ਜਦੋਂ ਅੰਦਰ ਤਾੜ ਕੇ ਲੋਕਾਂ ਨੂੰ ਅੰਦਰ ਬਾੜ ਕੇ ਕੀ ਸਰਕਾਰ ਨੇ ਕੰਮ ਕੀਤੇ, ਖਾਸ ਕਰਕੇ ਕੇਂਦਰ ਸਰਕਾਰ ਦਾ ਤਾਂ ਆਪਾਂ ਹਜੇ ਤੱਕ ਆ ਜਿਹੜਾ ਕਿਸਾਨੀ ਅੰਦੋਲਨ 'ਚ ਕਿਸਾਨ ਭੁਗਤ ਰਹੇ ਆ, ਉਹ ਆਪਾਂ ਅੱਖੀਂ ਦੇਖ ਰਹੇ ਆ। ਲੋਕਾਂ ਵਿੱਚ ਇਹ ਵੀ ਚਰਚਾ ਚੱਲ ਰਹੀ ਆ ਵੀ ਉਹ ਕਿਹੜਾ ਕਰੋਨਾ ਆ, ਜਦੋਂ ਦਾ ਵੱਡੇ ਲੀਡਰਾਂ ਦੇ ਘਰਾਂ ਵਿੱਚ ਵੱਡੇ ਫੰਕਸ਼ਨ ਹੁੰਦੇ ਆ, ਉੱਥੇ ਤਾਂ ਹਜ਼ਾਰਾਂ ਦੇ ਇਕੱਠ ਹੁੰਦੇ ਆ, ਉੱਥੇ ਕਰੋਨਾ ਨਹੀਂ ਆਉਂਦਾ। ਜਦੋਂ ਕੋਈ ਧਰਨਾ ਮੁਜ਼ਾਹਰਾ, ਰੋਸ, ਆਪਣੀਆਂ ਕੋਈ ਮੰਗਾਂ ਲੈ ਕੇ ਜਾਂਦਾ ਆ, ਉੱਥੇ ਕੋਵਿਡ ਦੀਆਂ ਗਾਈਡਲਾਈਨ ਲਾ ਕੇ ਤੇ ਲੋਕਾਂ ਦੇ ਉੱਤੇ ਕੇਸ ਦਰਜ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਵੀ ਚਰਚਾ ਚੱਲਦੀ ਆ ਵੀ ਉਹ ਕਿਹੜਾ ਕਰੋਨਾ ਹੈ ਜਿਹੜਾ ਰਾਤ ਨੂੰ 11 ਵਜੇ ਖੁੱਲ੍ਹਦਾ ਆ, ਸਵੇਰ ਦੇ 5 ਵਜੇ ਉਹ ਆਪਣੇ ਆਪ ਆਪਣੇ ਘੁਰਨੇ ਦੇ ਵਿੱਚ ਚੱਲ ਜਾਂਦਾ ਹੈ। ਇਹ ਸਾਰੀਆਂ ਚਰਚਾਵਾਂ ਆ। ਲੋਕਾਂ ਦੇ ਵਿੱਚ ਇਸ ਗੱਲ ਦਾ ਭੈ ਹੈ ਇਸ ਵੇਲੇ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਿਆਦੀ ਬੁਖਾਰ ਆ ਜਿਹੜਾ, ਜਾਂ ਸਮੇਂ ਦੇ ਨਾਲ ਮੌਸਮੀ ਬੁਖਾਰ ਜਿਹੜਾ ਹੈਗਾ ਆ, ਵੀ ਉਹਦੇ ਵਿੱਚ ਆਮ ਆਪਾਂ ਵੀ ਦੇਖਦੇ ਵੀ ਜਦੋਂ ਸਰਦੀ ਜਾਂਦੀ ਆ, ਦੂਸਰਾ ਮੌਸਮ ਸ਼ੁਰੂ ਹੁੰਦਾ ਆ, ਤੇ ਥੋੜ੍ਹਾ ਬਹੁਤ ਵਾਇਰਲ ਹੋ ਜਾਂਦਾ ਹੈ। ਇਸ ਵਾਇਰਲ ਨੂੰ ਕਰੋਨਾ ਦਾ ਡਰ ਦੇ ਕੇ ਕੋਈ ਸਰਕਾਰਾਂ ਕੋਈ ਨਵਾਂ ਤੇ ਨਹੀਂ ਆਪਣਾ ਏਜੰਡਾ ਉੱਤੇ ਥੋਪਣਾ ਚਾਹੁੰਦੀਆਂ, ਕੋਈ ਨਵੇਂ ਤੇ ਨਹੀਂ ਦੁਬਾਰਾ ਦੇ ਇੱਦਾਂ ਦੇ ਕਾਨੂੰਨ ਪਾਸ ਕਰਨਾ ਚਾਹੁੰਦੀਆਂ ਵੀ ਲੋਕਾਂ ਨੂੰ ਇਹ ਡਰ ਦੇ ਕੇ ਅੰਦਰ ਬਾੜਿਆ ਜਾਊਗਾ। ਇਹ ਅੰਦਰ ਬਾੜਨ ਤੋਂ ਬਾਅਦ ਸਰਕਾਰਾਂ ਦੇ ਜਿਹੜੇ ਲੋਕਾਂ ਦੇ ਵਿੱਚ ਕਿੱਦਾਂ ਦੇ ਉਸ ਵੇਲੇ ਕਾਨੂੰਨ ਆਉਣਗੇ ਜਾਂ ਕਿੱਦਾਂ ਸਰਕਾਰਾਂ ਲੋਕਾਂ ਨੂੰ ਹੈਂਡਲ ਕਰਨਗੀਆਂ, ਇਹ ਸਾਰੀਆਂ ਗੱਲਾਂ ਇਸ ਵੇਲੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆ।
ਪਰ ਫਿਰ ਵੀ ਇਸ ਜਿਹੜੀ ਕਰੋਨਾ ਦੀ ਦੁਬਾਰਾ ਬਿਮਾਰੀ ਸ਼ੁਰੂ ਹੋ ਰਹੀ ਆ, ਇਹ ਤੋਂ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਜਿਹੜੀਆਂ ਆਪਣੇ ਬਾਰ-ਬਾਰ ਹੱਥ ਧੋਣ ਦੀਆਂ ਗੱਲਾਂ ਜਾਂ ਮਾਸਕ ਪਾਉਣ ਦੀਆਂ ਗੱਲਾਂ, ਇਹ ਸਾਰੀਆਂ ਜਿਹੜੀਆਂ ਹੈਗੀਆਂ, ਇਹ ਤੇ ਆਪਾਂ ਨੂੰ ਵੀ ਸਾਰਾ ਖਿਆਲ ਰੱਖਣਾ ਪਊਗਾ। ਪਰ ਜਿਹੜੀ ਲੋਕਾਂ ਦੇ ਵਿੱਚ ਗੱਲ ਚੱਲਦੀ ਆ ਤੇ ਉਹ ਵੀ ਲੋਕਾਂ ਦੇ ਜਿਹੜੇ ਖਦਸ਼ੇ ਆ, ਉਹਨਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਕੋਈ ਹੋਰ ਤਾਂ ਨਹੀਂ ਕਾਰਨਾਮੇ ਕਰਨ ਲੱਗੀਆਂ ਤੇ ਤਾਂ ਕਿ ਕਰੋਨਾ ਦੇ ਬਹਾਨੇ ਲੋਕਾਂ ਨੂੰ ਫਿਰ ਅੰਦਰ ਵਾੜਿਆ ਜਾ ਸਕੇ। ਤੇ ਅੰਮ੍ਰਿਤ ਜੀ, ਤੁਹਾਡੇ ਕੋਲੋਂ ਹੀ ਜਾਣਨਾ ਚਾਹਾਂਗੇ ਕਿ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੇ ਬਜਟ ਸੈਸ਼ਨ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਟੈਸਟ ਕਰਾਇਆ ਸੀ, ਉਦੋਂ ਨੈਗੇਟਿਵ ਸੀ। ਬਜਟ ਸੈਸ਼ਨ ਖਤਮ ਹੋਇਆ ਤੇ ਪੋਜ਼ਿਟਿਵ ਹੋ ਗਏ ਤੇ ਉਹਨਾਂ ਖੁਦ ਹੀ ਇਹਦਾ ਐਲਾਨ ਕੀਤਾ ਤੇ ਹੁਣ ਪੰਜਾਬ ਸਰਕਾਰ ਵੱਲੋਂ ਨਵੀਆਂ ਪਾਬੰਦੀਆਂ, ਬਈ ਸਕੂਲ ਕਾਲਜ ਬੰਦ ਨੇ। ਇਹਦੇ ਬਾਰੇ ਥੋੜਾ ਦੱਸੋ ਕਿ ਪੰਜਾਬ ਸਰਕਾਰ ਪਹਿਲਾਂ ਸੁੱਤੀ ਪਈ ਸੀ, ਹੁਣ ਮਾਮਲੇ ਵਧੇ ਕਿਉਂ? ਜੇ ਵਧੇ ਨੇ ਤੇ ਟੀਕਾਕਰਨ ਦੀ ਸਪੀਡ ਜਿਹੜੀ ਉਹ ਘਟਾਈ ਕਿਉਂ ਗਈ? ਇਹ ਸਾਰੀਆਂ ਗੱਲਾਂ। ਦੇਖੋ, ਪਹਿਲਾਂ ਤਾਂ ਮਨਪ੍ਰੀਤ ਸਿੰਘ ਬਾਦਲ ਜੀ ਪੋਜ਼ਿਟਿਵ ਪਾਏ ਗਏ ਆ, ਮਾੜੀ ਗੱਲ ਆ। ਐਡੇ ਵੱਡੇ ਲੀਡਰ ਨੇ ਤੇ ਉਹਨਾਂ ਨੂੰ ਕੋਵਿਡ ਹੋਇਆ ਤੇ ਹੁਣ ਉਹਨਾਂ ਦੀ ਸਿਹਤਯਾਬੀ ਦੀ ਆਸ ਹੀ ਕੀਤੀ ਜਾ ਸਕਦੀ ਹੈ ਕਿ ਜਲਦੀ ਠੀਕ ਹੋ ਜਾਣ। ਬਹੁਤ ਚੰਗਾ ਬਜਟ ਪੇਸ਼ ਕੀਤਾ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੋ ਸਕਦਾ ਤੁਹਾਡੇ ਲਈ ਚੰਗਾ ਹੋਵੇ, ਬਾਕੀਆਂ ਲਈ ਉਹਨਾਂ ਚੰਗਾ ਨਾ ਹੋਵੇ, ਹੈ ਨਾ। ਵਿਅੰਗ ਵੀ ਹੋ ਸਕਦਾ, ਜੇ ਮੈਂ ਕਹਿੰਦਾ ਬਹੁਤ ਚੰਗਾ ਤੇ ਹੋ ਸਕਦਾ ਕਿ ਵਿਅੰਗ ਹੋਵੇ, ਕਿਉਂਕਿ ਉਹਨਾਂ ਦੇ ਮੁਕਾਬਲੇ ਜਦੋਂ ਆਪਾਂ ਹਰਿਆਣੇ ਦੀ ਬਜਟ ਦੀ ਗੱਲ ਕਰਦੇ ਹਾਂ, ਮੈਨੂੰ ਨਹੀਂ ਪਤਾ ਉਹ ਬਹੁਤ ਚੰਗਾ ਕਿ ਨਹੀਂ ਚੰਗਾ, ਪਰ ਪੰਜਾਬ ਨੇ 2 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ ਆ ਤੇ ਉਹਨਾਂ ਨੇ 8 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਸਰਕਾਰ ਨੇ ਜਿਹੜੀਆਂ ਪਾਬੰਦੀਆਂ ਲਾਈਆਂ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਕੂਲ ਜਿਹੜੇ ਬੰਦ ਕਰਨ ਦੀ ਗੱਲ ਕੀਤੀ ਆ। ਤੇ ਪਰਮਿੰਦਰ ਜੀ, ਇਹ ਬੜਾ ਵਿੱਚ ਵਾਲਾ ਸਮਾਂ ਆ। ਐਗਜ਼ਾਮ ਕੁਝ ਕਲਾਸਾਂ ਦੇ ਚੱਲਦੇ ਆ, ਕੁਝ ਦੇ ਚੱਲਣ ਵਾਲੇ ਆ। ਬੱਚੇ ਪਹਿਲਾਂ ਸਾਰਾ ਸਾਲ ਤੇ ਉਹ ਘਰੇ ਹੀ ਰਹੇ, ਆਨਲਾਈਨ ਪੜ੍ਹਦੇ ਰਹੇ। ਕੀ ਪੜ੍ਹਿਆ ਕੀ ਨਹੀਂ ਪੜ੍ਹਿਆ ਉਹ ਤਾਂ ਐਗਜ਼ਾਮ ਤੋਂ ਬਾਅਦ ਪਤਾ ਲੱਗੂਗਾ। ਪਰ ਹੁਣ ਇੱਕ ਵਾਰ ਫਿਰ ਸਕੂਲਾਂ ਨੂੰ ਜਿਹੜਾ ਆ ਪਹਿਲ ਦੇ ਆਧਾਰ ਤੇ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ। ਉਹ ਵੀ ਬੜਾ ਸਹੀ ਟਾਈਮ ਨਾਲ ਬਿਆਨ ਆਇਆ ਸੀ। ਪਹਿਲਾਂ ਬਿਆਨ ਆਇਆ ਕਿ ਕੁਝ ਕਲਾਸਾਂ ਬੰਦ ਕਰਨੀਆਂ ਆ, ਘੰਟੇ ਕੁ ਬਾਅਦ ਹੀ ਉਹਨਾਂ ਨੇ ਜਿਹੜਾ ਆਪਣਾ ਬਿਆਨ ਆ ਉਹ ਬਦਲ ਕੇ ਕਰ ਦਿੱਤਾ ਕਿ ਨਹੀਂ, ਸਾਰੇ ਦੇ ਸਾਰੇ ਸਕੂਲ ਹੀ ਬੰਦ ਆ। ਪ੍ਰੀਖਿਆਵਾਂ ਜ਼ਰੂਰ ਹੋਣਗੀਆਂ। ਉਹ ਕਿੱਦਾਂ ਹੋਣਗੀਆਂ? ਹਾਲੇ ਤਾਂ ਕਹਿ ਰਿਹਾ ਕਿ ਉਹ ਉੱਥੇ ਸਕੂਲ ਜਾ ਕੇ ਹੋਣਗੀਆਂ, ਹੋ ਸਕਦਾ ਬਾਅਦ ਵਿੱਚ ਉਹਨੂੰ ਵੀ ਬਦਲ ਦਿੱਤਾ ਜਾਵੇ। ਤੇ ਰਹੀ ਗੱਲ ਟੀਕਾਕਰਨ ਦੀ, ਟੀਕਾਕਰਨ ਚੱਲ ਰਿਹਾ, ਪਰ ਉਹਦੇ 'ਚ ਵੀ ਬਹੁਤ ਸਾਰੀਆਂ ਜਿਹੜੀਆਂ ਆ ਉਹ ਗੱਲਾਂ ਆ। ਕਦੀ ਆਪਾਂ ਕਹਿੰਦੇ ਆ 45 ਤੋਂ 65 ਸਾਲ ਤੱਕ ਆ, ਫਿਰ ਅਸੀਂ ਕਦੇ ਕਹਿੰਦੇ ਆ ਕਿ ਜਿਹੜੇ 45 ਤੋਂ ਬਾਅਦ ਵਾਲੇ ਉਹੀ ਲਗਵਾ ਸਕਦੇ ਆ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਆ, ਤੇ ਅਦਰਵਾਈਜ਼ ਆਪਾਂ ਹਾਲੇ ਬਜ਼ੁਰਗਾਂ ਦੇ ਹੀ ਲਾ ਰਹੇ ਆ। ਤੇ ਸਮਾਂ ਹੀ ਦੱਸੂਗਾ ਜੀ ਇਹਦਾ ਕੀ ਬਣਦਾ। ਪਰ ਹਾਂ, ਇਸ ਗੱਲ ਦੇ ਚਰਚੇ ਲੋਕਾਂ 'ਚ ਬਹੁਤ ਨੇ। ਜਿੱਦਾਂ ਬਿਲਗਾ ਸਾਹਿਬ ਨੇ ਦੱਸਿਆ ਕਿ ਸਰਕਾਰ ਉਹਦੇ ਲਈ ਕੀ ਕਰਨਾ ਚਾਹੁੰਦੀ ਹੈ, ਜਾਂ ਸਰਕਾਰ ਹਰ ਗੱਲ ਨੂੰ ਜਿੱਦਾਂ ਰਾਜਨੀਤੀ ਲਈ ਵਰਤ ਲੈਂਦੀ ਹੈ, ਇੱਦਾਂ ਕਿਤੇ ਕਰੋਨਾ ਨੂੰ ਵੀ ਰਾਜਨੀਤੀ ਦੇ ਤੌਰ 'ਤੇ ਨਹੀਂ ਵਰਤਿਆ ਜਾਂਦਾ। ਪਰ ਸਾਡੀ ਜਿਹੜੀ ਡਾਕਟਰੀ ਸਮਝ ਆ ਜਾਂ ਸਾਡੀ ਆਮ ਸਮਝ ਆ, ਉਹਦੇ ਮੁਤਾਬਕ ਲੋਕਾਂ ਨੂੰ ਇਸ ਬਿਮਾਰੀ ਤੋਂ ਜਿੰਨਾ ਹੋ ਸਕੇ ਉਨਾ ਬਚਣਾ ਜ਼ਰੂਰ ਚਾਹੀਦਾ। ਪਰਮਿੰਦਰ ਜੀ, ਇਹ 'ਚ ਮੈਂ ਇੱਕ ਹੋਰ ਸ਼ਰਮਾ ਜੀ ਦੀ ਗੱਲ ਵੀ ਕੱਲ ਖਾਸ ਕਰਕੇ ਇੱਕ ਗੱਲ ਹੋਰ ਵੀ ਚੱਲ ਰਹੀ ਸੀ ਵੀ ਸਕੂਲਾਂ ਦੇ ਬੰਦ ਦਾ ਐਲਾਨ ਜਦੋਂ ਆਉਂਦਾ ਆ ਤੇ ਲੋਕਾਂ 'ਚ ਇਹ ਵੀ ਗੱਲ ਚੱਲ ਰਹੀ ਸੀ ਵੀ ਬੱਚਿਆਂ ਦੇ ਸੈਸ਼ਨ ਖਤਮ ਹੋਣ ਵਾਲੇ ਸੀ ਜਨਵਰੀ ਫਰਵਰੀ ਦੇ ਵਿੱਚ, ਇੱਕਦਮ ਖੋਲ੍ਹ ਦਿੱਤੇ ਗਏ ਸਕੂਲ ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਉਹਨਾਂ ਨੂੰ ਫੀਸਾਂ ਮਾਪਿਆਂ ਤੋਂ ਅਗਰਾਉਣ ਦਾ ਉਹ ਮੌਕਾ ਮਿਲ ਜਾਵੇ। ਅਸੀਂ ਦੇਖਿਆ ਕਿ ਪ੍ਰਾਈਵੇਟ ਸਕੂਲਾਂ ਨੇ ਜਿਹੜੇ ਤਕਰੀਬਨ ਫਰਵਰੀ ਦੇ ਅੱਧ ਵਿੱਚ ਸਾਰਿਆਂ ਦੇ ਇਹਨਾਂ ਦੇ ਐਗਜ਼ਾਮ ਬੱਚਿਆਂ ਦੇ ਛੋਟਿਆਂ ਦੇ ਲੈ ਕੇ ਰਿਜ਼ਲਟ ਰੋਕ ਲੈ ਗਏ। ਰਿਜ਼ਲਟ ਰੋਕ ਕੇ ਆਪਣੇ ਪ੍ਰਿੰਸੀਪਲ ਨੇ ਕਮਰਿਆਂ ਦੇ ਵਿੱਚ ਸਰਟੀਫਿਕੇਟ ਰੱਖ ਲਏ ਵੀ ਜਿਨ੍ਹਾਂ ਦੀਆਂ ਫੀਸਾਂ ਰਹਿੰਦੀਆਂ ਆ ਉਹਨਾਂ ਦੀਆਂ ਫੀਸਾਂ ਅਦਾ ਹੋਣਗੀਆਂ ਤਾਂ ਹੀ ਬੱਚਿਆਂ ਨੂੰ ਰਿਜ਼ਲਟ ਦਿੱਤੇ ਜਾਣਗੇ। ਜਦੋਂ ਹੁਣ ਪ੍ਰਾਈਵੇਟ ਸਕੂਲਾਂ ਨੇ ਸਾਰੀਆਂ ਫੀਸਾਂ ਜਿਹੜੀਆਂ ਹੈਗੀਆਂ ਆ ਉਹ ਇਕੱਠੀਆਂ ਕਰ ਲਈਆਂ, ਨਵੇਂ ਸੈਸ਼ਨਾਂ ਦੀਆਂ ਫੀਸਾਂ ਦੁਬਾਰਾ ਲੈ ਲਈਆਂ ਤੇ ਹੁਣ ਨਾਲ ਹੀ ਸਕੂਲਾਂ ਨੂੰ ਜਿਹੜਾ ਦੁਬਾਰਾ ਬੰਦ ਕਰਦਾ। ਹੁਣ ਹੋ ਸਕਦਾ ਕਿ ਸਰਕਾਰ ਦੀ ਕੋਈ ਦੁਬਾਰਾ ਗਾਈਡਲਾਈਨ ਆ ਜਾਵੇ, ਅੱਗੇ ਵਾਂਗੂ ਆਨਲਾਈਨ ਹੀ ਚੱਲੇ। ਮਤਲਬ ਕਹਿਣ ਦਾ ਵੀ ਪਿਛਲੀਆਂ ਫੀਸਾਂ ਜਿਹੜੀਆਂ ਉਗਰਾ ਲਈਆਂ, ਨਵੀਆਂ ਲੈ ਲਈਆਂ ਗਈਆਂ ਤੇ ਨਾਲ ਹੀ ਬੱਚਿਆਂ ਨੂੰ ਫਿਰ ਦੁਬਾਰਾ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ। ਉੱਥੇ ਮਾਪੇ ਆਪਣਾ ਹੀ ਸਮਾਂ ਬੱਚਿਆਂ ਨੂੰ ਦੇਣ, ਮਾਪੇ ਆਪਣਾ ਏਸੀ ਲਾ ਕੇ ਦੇਣ, ਮਾਪੇ ਆਪਣਾ ਨੈੱਟ ਪੈਕ ਪਵਾ ਕੇ ਦੇਣ ਤੇ ਸਾਰਾ ਕੁਝ ਮਾਪੇ ਕਰਨ। ਤੇ ਪ੍ਰਾਈਵੇਟ ਸਕੂਲਾਂ ਨੇ ਜਿਹੜੇ ਬੱਚਿਆਂ ਦੀਆਂ ਫੀਸਾਂ ਅਗਰਾਉਣੀਆਂ ਸੀ ਉਹ ਅਗਰਾ ਲਈਆਂ। ਇਹ ਚੀਜ਼ਾਂ ਸਾਰੀਆਂ ਲੋਕਾਂ ਦੇ ਵਿੱਚ ਆਮ ਚਰਚਾ ਆ ਔਰ ਇਹ ਸਾਨੂੰ ਦੇਖਣ ਤੇ ਗਰਾਊਂਡ ਤੇ ਮਿਲਦੀਆਂ। ਕਰੋਨਾ ਤੋਂ ਬਚਣਾ ਚਾਹੀਦਾ, ਜਿੱਦਾਂ ਸ਼ਰਮਾ ਜੀ ਨੇ ਦੱਸਿਆ, ਤੇ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਇੱਕ ਭਿਆਨਕ ਬਿਮਾਰੀ ਆ, ਉਹ ਬਿਮਾਰੀ ਇਕੱਲੇ ਭਾਰਤ ਦੀ ਨਹੀਂ, ਇਹ ਦੁਨੀਆ ਪੱਧਰ ਤੇ ਫੈਲੀ ਹੋਈ ਬਿਮਾਰੀ ਆ। ਪਰ ਫਿਰ ਵੀ ਕਿਤੇ ਨਾ ਕਿਤੇ ਪ੍ਰਾਈਵੇਟ ਸੰਸਥਾਵਾਂ ਜਾਂ ਸਰਕਾਰਾਂ ਜਿੱਦਾਂ ਦੱਸਦੇ ਕਿ ਮੁੱਦੇ ਸਰਕਾਰ ਦੇ ਕੋ ਆਪਣੇ ਹੁੰਦੇ ਆ, ਪੋਲੀਟੀਕਲ ਫਾਇਦੇ ਲੈਣ ਲਈ, ਪੋਲੀਟੀਕਲ ਨਫੇ ਨੁਕਸਾਨ ਦੇਖ ਕੇ ਕਰੋਨਾ ਨੂੰ ਛੱਡ ਦੇਣਾ ਤੇ ਕਰੋਨਾ ਨੂੰ ਦਬਦਾ ਫੜ ਕੇ ਆਪਣੇ ਭਾਂਡੇ 'ਚ ਬੰਦ ਕਰ ਲੈਣਾ। ਇਹ ਚੀਜ਼ਾਂ ਤੋਂ ਲੋਕਾਂ ਦੇ ਵਿੱਚ ਇੱਕ ਬੇਚੈਨੀ ਆ ਤੇ ਲੋਕ ਇਸ ਗੱਲਾਂ ਦੇ ਉੱਤੇ ਆਪਣਾ ਜਿਹੜਾ ਚਿੰਤਨ ਕਰਦੇ ਆ। ਜੀ, ਤੇ ਬਿਲਗਾ ਜੀ ਤੁਸੀਂ ਬੜੇ ਵਿਸਥਾਰ ਨਾਲ ਦੱਸ ਦਿੱਤਾ। ਮੇਰੇ ਮਨ 'ਚ ਇੱਕ ਸਵਾਲ ਸੀ, 2 ਲਾਈਨਾਂ 'ਚ ਅਮਰਤ ਜੀ ਤੁਹਾਡੇ ਕੋਲੋਂ ਜਵਾਬ ਚਾਹਾਂਗੀ। ਬੱਚਿਆਂ ਨੇ ਸਕੂਲ ਨਹੀਂ ਆਉਣਾ, ਅਧਿਆਪਕਾਂ ਨੇ ਆਉਣਾ ਹੈ ਤੇ ਅਧਿਆਪਕਾਂ ਕੋਲੋਂ ਕਿਹੜਾ ਕੰਮ ਕਰਾਉਣਾ ਹੈ? ਕਿਉਂਕਿ ਬੱਚੇ ਘਰ ਕੋਈ ਹੋਰ ਤਾਂ ਸੰਭਾਲੇਗਾ ਨਹੀਂ, ਕਿਉਂਕਿ ਜਿਹੜੇ ਅਧਿਆਪਕ ਹੈ ਉਹ ਮਾਂ-ਬਾਪ ਵੀ ਤਾਂ ਹੈਗੇ।
ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਅਧਿਆਪਕਾਂ ਦੇ ਬੱਚੇ ਨੇ ਉਹਨਾਂ ਨੂੰ ਤੇ ਘਰ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਸੰਭਾਲਣਾ ਹੀ ਪਏਗਾ, ਪਰ ਬੱਚੇ ਅਧਿਆਪਕਾਂ ਦੇ ਕਰਨ ਵਾਲੇ ਕੰਮ ਨੇ, ਜਿਵੇਂ ਕਿ ਭਾਵੇਂ ਆਨਲਾਈਨ ਐਗਜ਼ਾਮ ਹੋਣੇ ਨੇ ਪਰ ਉਹਨਾਂ ਦੇ ਰਿਜ਼ਲਟ ਬਣਾਉਣੇ ਨੇ, ਤੇ ਅਧਿਆਪਕਾਂ ਲਈ ਕਰਨ ਵਾਲੇ ਕਾਫੀ ਕੰਮ ਨੇ ਜਿਹੜੇ ਸਰਕਾਰ ਨੂੰ ਲੱਗਦਾ ਹੈ ਕਿ ਕਰਵਾਏ ਜਾਣਗੇ। ਤੇ ਇਸ ਵੇਲੇ ਮੁੱਦੇ ਤਾਂ ਹੋਰ ਵੀ ਬੜੇ ਨੇ ਪਰ ਸਮਾਂ ਖਤਮ ਹੈ। ਗੁਰਨਾਮ ਸਿੰਘ ਬਿਲਗਾ ਜੀ ਤੁਹਾਡਾ ਤੇ ਅੰਮ੍ਰਿਤਪਾਲ ਸ਼ਰਮਾ ਜੀ ਤੁਹਾਡਾ ਸਟੂਡੀਓ 'ਚ ਆਉਣ ਲਈ, ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ-ਬਹੁਤ ਧੰਨਵਾਦ। ਪਰਮਿੰਦਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਸ ਸਿਲਸਿਲੇ ਨਾਲ ਜੁੜਨ ਲਈ। ਫੇਰ ਤੋਂ ਹੋਵੇਗੀ ਜਲਦ ਮੁਲਾਕਾਤ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।